गुरु जी थैंक वाहिगुरु जी का खालसा वाहिगुरु जी की फतेह जी। सारे वीरां भैणां नूं स्वागत है जी तुहाडा सारियां भैणां दा वीरां दा ऑनलाइन गुरमत क्लास विच। जिवें कि आप जी नूं पता है असीं सारे ही वीर भैणां मिल के सुखमनी साहिब जी दी विचार आपस दे विच साਂਝੀ कर रहे हां। सुखमनी साहिब जी दा केंद्री भाव सुखमनी सुख अमृत प्रभ नाम भगत जना के मन विश्राम, यानी जो प्रभु का हुक्म है आत्मक जीवन देने वाला है, सारे सुखों की मणि सुखों का कारण है। और जिहड़े प्रभु के प्यारे ने वो मन करके प्रभु के हुक्म अनुसार चलते हैं, मन करके प्यार करते हैं, उन्हों के मन में प्रभु के हुक्म की प्रीत वसती है, वो सुखी और शांत ने। तो असीं कह सकते हैं सारे ही जो सुख ने उन्हों का कारण प्रभु का हुक्म है, यानी जे प्रभु के हुक्म के अंदर चलिया जाए तो सानू सारे सुख शरीरक मानसिक बौद्धिक आत्मक आदि मिल जाते। तो अज असीं 7वीं अष्टपदी के तीजे पद की विचार शुरू कर रहे हैं। साध संग दुश्मन सब मीत। साध संग का मतलब गुरु की शरण, गुरु की शरण विच आया, गुरु का ज्ञान हासिल कीतियां जिहड़े वैरी ने वो भी मित्र दिसण लग पैंदे ने। हुण साडे वैरी किहड़े ने? सब तो पहला जो साडे वैरी ने साडे अपने कर्म ने। कर्म ही मनुख के सब तो वड्डे वैरी ने। जिवें माड़े असीं कर्म करांगे तां माड़े कर्मां दा फल भी सानू माड़ा मिलेगा। जिवें काम क्रोध लोभ मोह आदिक ने, ये सारे साडे वैरी ने जो सानू बुराइयां वास्ते प्रेरदे ने। पर जदों असीं गुरु के चरनां दी शरण लैंदे हां ਤਾਂ ਸਾਨੂੰ ਸਮਝ ਪੈ ਜਾਂਦੀ ਹੈ ਕਿ ਇਹ ਵੈਰੀ ਨਹੀਂ, ਜੇ ਇਹਨਾਂ ਦੀ ਠੀਕ ਵਰਤੋਂ ਕੀਤੀ ਜਾਏ ਤਾਂ ਇਹ ਸਾਡੇ ਮਿੱਤਰ ਨੇ, ਜੋ ਕਿ ਇਹਨਾਂ ਤੋਂ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ, ਜਿਵੇਂ ਕਿ ਅਸੀਂ ਪਹਿਲਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ। ਜਦੋਂ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਜ਼ਿੰਦਗੀ ਜੀਂਦਾ ਹੈ ਤਾਂ ਕਾਮ ਜਿਹੜਾ ਹੈ ਲੱਜਾ ਹਿਆ ਔਰ ਸ਼ਰਮ ਦੇ ਵਿੱਚ ਕਨਵਰਟ ਹੋ ਜਾਂਦਾ। ਲੋਭ ਸੰਤੋਖ ਦਾ ਰੂਪ ਧਾਰਨ ਕਰ ਜਾਂਦਾ ਹੈ, मोह प्रेम विच कन्वर्ट हो जाता है, अहंकार निम्रता विच बदल जाता है ते क्रोध वीर रस का रूप धारण कर जाता है। ये पंजे साडे मित्र बन जाते, साडे शुभ गुण साडे मित्र बन जाते हैं। पहली गल। दूजी गल यह है कि साडे अंदरों वैर विरोध की जिहड़ी भावना है वो मिट जाती है और बंदा हर एक दे नाल मित्रां वाला विहार करता है। सब को मीत हम आपन कीना, हम सबना के साजन, दूर परायो मन का बिरहा, तो मेल कियो मेरे राजन। ना को मेरा दुश्मन रहया, ना हम किसके बैराई, ब्रह्म पसार पसारियो भीतर, सतगुरु ते सोझी पाई वाली अवस्था बन जाती है। यानी जे गुरु के चरनां की कोई शरण लैंदा है ਤਾਂ ਉਹਨੂੰ ਵੈਰੀ ਵੀ ਮਿੱਤਰ ਪਾਸੋਂ ਲੱਗਦੇ ਨੇ। ਜੇ ਹੁਣ ਇਸ ਚੀਜ਼ ਨੂੰ ਅਸੀਂ ਅਮਲ ਵਿੱਚ ਲਿਆਈਏ ਤਾਂ ਸਭ ਤੋਂ ਪਹਿਲਾਂ ਸਾਡੇ ਘਰ ਔਰ ਪਰਿਵਾਰ ਦੇ ਅੰਦਰ ਮਿੱਤਰਤਾ ਭਾਵ ਪੈਦਾ ਹੋ ਜਾਏਗਾ। ਜੇ ਛੋਟੀ ਮੋਟੀ ਕਿਸੇ ਦੇ ਨਾਲ ਕੋਈ ਵਿਰੋਧਤਾ ਹੈ ਉਹ ਦੂਰ ਹੋਏਗੀ। ਆਂਢ ਗੁਆਂਢ ਵਿੱਚ, ਫਿਰ ਸਮਾਜ ਅੰਦਰ ਤੇ ਫਿਰ ਪੂਰੇ ਦਾ ਪੂਰਾ ਸੰਸਾਰ ਵੀ ਮਿੱਤਰ ਪਾਸੋਂ ਲੱਗੇਗਾ। ਇਸ ਲਈ ਜ਼ਰੂਰਤ ਹੈ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਅਮਲ ਵਿੱਚ ਲਿਆਉਣ। ਸਾਧੂ ਕੈ ਸੰਗ ਮਹਾਪੁਨੀਤ। ਸਾਧੂ ਦਾ ਮਤਲਬ ਗੁਰੂ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਿਹੜਾ ਮਨੁੱਖ ਦਾ ਹਿਰਦਾ ਹੈ ਉਹ ਮਹਾਨ ਪਵਿੱਤਰ ਹੋ ਜਾਂਦਾ ਹੈ। ਪੁਨੀਤ ਦਾ ਮਤਲਬ ਪਵਿੱਤਰ, ਮਹਾਨ ਪਵਿੱਤਰ ਹੋ ਜਾਂਦਾ ਹੈ ਬੰਦੇ ਦਾ ਹਿਰਦਾ। ਉਹ ਇਨਸਾਨ ਪਵਿੱਤਰ ਹੋ ਜਾਂਦਾ ਹੈ, ਉਸਦੀ ਸੋਚ, ਉਹਦੇ ਬੋਲ, ਉਹਦਾ ਜੀਵਨ, ਉਹਦਾ ਵਿਹਾਰ ਹੀ ਪਵਿੱਤਰ ਹੋ ਜਾਂਦਾ ਹੈ। ਕਿਉਂਕਿ ਜਦੋਂ ਅੰਦਰਲਾ ਹਿਰਦਾ ਪਵਿੱਤਰ ਹੋ ਗਿਆ, ਸੋਚ ਪਵਿੱਤਰ ਹੋ ਗਈ ਤਾਂ ਉਹਦੀ ਹਰ ਸ਼ੈ ਪਵਿੱਤਰ ਹੋ ਜਾਏਗੀ। ਉਹਦੇ ਬੋਲ ਵੀ, ਉਹਦਾ ਨਜ਼ਰੀਆ ਵੀ, ਉਹਦਾ ਵੇਖਣਾ ਤੱਕਣਾ, ਉਹਦਾ ਵਿਹਾਰ ਕਰਨਾ, ਉਹਦੇ ਕਰਮ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਦੇ ਨਾਲ ਹਿਰਦੇ ਵਿੱਚ ਪਵਿੱਤਰਤਾ ਆਏਗੀ ਤੇ ਪਵਿੱਤਰ ਸੋਚ ਦੇ ਵਿੱਚੋਂ ਹਰ ਕਰਮ ਪਵਿੱਤਰ ਹੀ ਪੈਦਾ ਹੋਏਗਾ। ਸਾਧ ਸੰਗ ਕਿਸ ਸਿਉ ਨਹੀਂ ਬੈਰ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਨਾਲ
ਜੇ ਕੋਈ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੇ, ਗੁਰੂ ਦੇ ਚਰਨਾਂ ਦੀ ਸ਼ਰਨ ਦਾ ਮਤਲਬ ਗੁਰੂ ਦੱਸੇ ਰਾਹਾਂ ਤੇ ਤੁਰਿਆ, ਗੁਰੂ ਦੇ ਚਰਨਾਂ ਦੀ ਸ਼ਰਨ ਲਿਆ, ਗੁਰੂ ਦਾ ਗਿਆਨ ਹਾਸਲ ਕੀਤਿਆਂ, ਗੁਰਮਤਿ ਅਨੁਸਾਰ ਜ਼ਿੰਦਗੀ ਜੀਵਿਆਂ, ਕਿਸੇ ਦੇ ਨਾਲ ਫਿਰ ਇਹਦਾ ਵੈਰ ਨਹੀਂ ਰਹਿ ਜਾਂਦਾ। ਕਿਉਂਕਿ ਵੈਰ ਸਾਡਾ ਈਰਖਾ ਦੁਐਸ਼ ਕਰਕੇ, ਮੋਹ ਕਰਕੇ, ਲੋਭ ਕਰਕੇ, ਹੰਕਾਰ ਕਰਕੇ ਪੈਦਾ ਹੁੰਦਾ ਹੈ। ਤੇ ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਬੰਦਾ, ਗੁਰੂ ਗਿਆਨ ਰਾਹੀਂ ਵੇਖਦਾ ਹੈ, ਉਹਨੂੰ ਇਹ ਸਾਰਾ ਪਰਿਵਾਰ, ਇਹ ਸਾਰਾ ਸੰਸਾਰ ਇੱਕ ਪਰਿਵਾਰ ਦੀ ਤਰ੍ਹਾਂ ਭਾਸਦਾ ਹੈ। ਉਹਨੂੰ ਸਮਝ ਪੈ ਜਾਂਦੀ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ। ਉਹਨੂੰ ਸਮਝ ਪੈ ਜਾਂਦੀ ਹੈ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹਨੂੰ ਫਿਰ ਕੋਈ ਵੈਰੀ ਔਰ ਬਿਗਾਨਾ ਨਹੀਂ ਦਿਸਦਾ। ਗੁਰੂ ਜੀ ਦਾ ਪਾਵਨ ਬਚਨ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੁਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਯਾਨੀ ਉਹ ਕਿਸੇ ਦੇ ਨਾਲ ਫਿਰ ਵੈਰੀ ਵਾਲੇ ਕੰਮ ਨਹੀਂ ਕਰਦਾ, ਵੈਰ ਭਾਵ ਨਹੀਂ ਕਮਾਉਂਦਾ, ਸਭ ਦੇ ਨਾਲ ਉਹਦਾ ਪਿਆਰ ਔਰ ਪ੍ਰੀਤ ਪੈਦਾ ਹੋ ਜਾਂਦੀ ਹੈ। ਸਾਧ ਕੇ ਸੰਗ ਨਾ ਬੀਂਗਾ ਪੈਰ, ਇਹਨੂੰ ਬੀਗਾ ਨਹੀਂ ਪੜਨਾ, ਬਿੰਦੀ ਲਾ ਕੇ ਪੜਾਂਗੇ ਬੀਂਗਾ। ਬੀਂਗਾ ਦਾ ਮਤਲਬ ਵਿੰਗਾ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਕਿਸੇ ਮੰਦੇ ਪਾਸੇ ਪੈਰ ਨਹੀਂ ਪੁੱਟਦਾ, ਮੰਦੇ ਪਾਸੇ ਉਹ ਨਹੀਂ ਜਾਂਦਾ, ਕਿਸੇ ਗਲਤ ਰਾਹ ਦੇ ਉੱਤੇ ਨਹੀਂ ਜਾਂਦਾ। ਸਾਧ ਕੇ ਸੰਗ ਨਾ ਬਿੰਗਾ ਪੈਰ, ਵਿੰਗੇ ਰਾਹਾਂ ਤੇ ਨਹੀਂ ਜਾਂਦਾ, ਮਾੜੇ ਰਾਹਾਂ ਵੱਲ ਨਹੀਂ ਜਾਂਦਾ। ਉਹ ਨਸ਼ਿਆਂ ਦਾ ਤਿਆਗ ਕਰੇਗਾ, ਬੇਗਾਨਾ ਹੱਕ ਖਾਣ ਵਾਸਤੇ ਉਹ ਪੈਰ ਨਹੀਂ ਪੁੱਟੇਗਾ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ, ਇਹਨਾਂ ਵਾਲੇ ਪਾਸੇ ਪੈਰ ਨਹੀਂ ਪੁੱਟੇਗਾ। ਯਾਨੀ ਉਹਦੇ ਮਨ ਦੇ ਅੰਦਰ ਕੋਈ ਮਾੜਾ ਖਿਆਲ ਵੀ ਪੈਦਾ ਨਹੀਂ ਹੋਵੇਗਾ। ਇਹ ਉਹਦੀ ਨਿਸ਼ਾਨੀ ਹੈ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ। ਤੇ ਜੇ ਕਿਤੇ ਮਨ ਵਿੱਚ ਈਰਖਾ, ਦਵੈਸ਼ ਤੇ ਵਿਕਾਰ ਆ ਰਹੇ ਨੇ, ਤਾਂ ਇਹਦਾ ਸਾਫ਼ ਮਤਲਬ ਇਹ ਹੈ ਕਿ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਨਹੀਂ ਹਾਂ, ਆਪਣੇ ਮਨ ਦੀ ਮੱਤ ਕਰ ਰਹੇ ਹਾਂ। ਤਾਂ ਗੁਰੂ ਤੋਂ ਗਿਆਨ ਹਾਸਲ ਕਰਨ ਦੇ ਨਾਲ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦੇ ਨਾਲ ਬੰਦਾ ਮੰਦੇ ਪਾਸੇ ਨਹੀਂ ਜਾਂਦਾ, ਉਹਦੀ ਜ਼ਿੰਦਗੀ ਦੇ ਅੰਦਰ ਚੰਗਿਆਈਆਂ ਆ ਜਾਂਦੀਆਂ ਨੇ। ਸਾਧ ਕੇ ਸੰਗ ਨਾਹੀ ਕੋ ਮੰਦਾ, ਗੁਰੂ ਦੇ ਚਰਨਾਂ ਦੀ ਸ਼ਰਨ ਲਿਆ ਬੰਦਾ ਕੋਈ ਮੰਦਾ ਕਰਮ ਨਹੀਂ ਕਰਦਾ। ਪਹਿਲੀ ਗੱਲ, ਮੰਦਾ ਕੰਮ ਨਹੀਂ ਕਰਦਾ, ਮੰਦਾ ਸੋਚਦਾ ਨਹੀਂ, ਮੰਦਾ ਬੋਲਦਾ ਨਹੀਂ। ਤੇ ਦੂਜੀ ਗੱਲ ਇਹ ਹੈ ਕਿ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦੇ ਨਾਲ ਕੋਈ ਇਨਸਾਨ ਉਹਨੂੰ ਮੰਦਾ ਦਿਸਦਾ ਨਹੀਂ, ਕੋਈ ਬੁਰਾ ਦਿਸਦਾ ਵੀ ਨਹੀਂ। ਉਹਨੂੰ ਸਮਝ ਪੈ ਜਾਂਦੀ ਹੈ ਕਿ ਸਾਰਿਆਂ ਦੇ ਅੰਦਰ ਤੇ ਰੱਬ ਦੀ ਰੂਹ ਹੈ, ਰੱਬ ਦੀ ਜੋਤ ਹੈ, ਰੱਬ ਦੇ ਪੈਦਾ ਕੀਤੇ ਨੇ, ਰੱਬ ਦੀ ਸੱਤਿਆ ਹੈ, ਹਰ ਇੱਕ ਦੇ ਅੰਦਰ ਉਹ ਮਾਲਕ ਆਪ ਵਸ ਰਿਹਾ। ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਹੁਣ ਇਹਦਾ ਭਾਵ ਇਹ ਨਹੀਂ ਕਿ ਉਸ ਬੰਦੇ ਨੂੰ ਚੰਗੇ ਮੰਦੇ ਦੀ ਪਛਾਣ ਨਹੀਂ ਹੁੰਦੀ। ਇਹਦਾ ਮਤਲਬ ਇਹ ਵੀ ਨਹੀਂ ਕਿ ਉਹ ਮਾੜੇ ਕਰਮ ਕਰਨ ਵਾਲਿਆਂ ਨੂੰ ਵੀ ਚੰਗਾ ਸਮਝੀ ਜਾਂਦਾ ਹੈ। ਉਹ ਕਮਲਾ ਨਹੀਂ ਹੁੰਦਾ, ਉਹਦੇ ਅੰਦਰ ਗਹਿਨ ਗਿਆਨ ਹੁੰਦਾ ਹੈ। ਉਹਨੂੰ ਇਹ ਸਮਝ ਪੈਂਦੀ ਹੈ ਕਿ ਮੰਦੇ ਤੋਂ ਜਿਹੜਾ ਮੰਦਾ ਬੰਦਾ ਹੈ ਨਾ, ਉਹਦੇ ਵਿੱਚ ਵੀ ਸ਼ੁਭ ਗੁਣ ਮੌਜੂਦ ਨੇ, ਲੇਕਿਨ ਉਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰ ਰਿਹਾ। ਉਹਦੇ ਅੰਦਰ ਵੀ ਉਹਨੂੰ ਗੁਣਾਂ ਦੀ ਪੋਸੀਬਿਲਿਟੀ, ਸੰਭਾਵਨਾ ਦਿਸਦੀ ਹੈ। ਔਰ ਇਹ ਹਕੀਕਤ ਹੈ, ਇਹਦੇ ਬਾਰੇ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ। ਮਾਨੋ ਮੇਰੇ ਵਿੱਚ ਅਨੇਕਾਂ ਔਗਣ ਨੇ, ਸਪੋਜ਼ ਕਿ ਮੈਂ ਔਗਣਾਂ ਵਾਲੀ ਜ਼ਿੰਦਗੀ ਜੀ ਰਿਹਾ, ਤਾਂ ਫਿਰ ਵੀ ਜਿਹੜਾ ਸਿਆਣਾ ਬੰਦਾ ਹੋਏਗਾ ਨਾ ਦੂਜਾ, ਉਹ ਇਹ ਗੱਲ ਨੂੰ ਸੋਚੇਗਾ ਕਿ ਯਾਰ ਚੰਗਾ ਭਲਾ ਬੰਦਾ ਹੈ, ਇਹ ਚੰਗੇ ਕੰਮ ਕਰ ਸਕਦਾ ਹੈ, ਲੇਕਿਨ ਇਹ ਕਰ ਨਹੀਂ ਰਿਹਾ। ਅਸੀਂ ਆਮ ਨਹੀਂ, ਜਦੋਂ ਇੰਡੀਆ ਵਿੱਚ ਕੋਈ ਭੀਖ ਮੰਗਣ ਆ ਜਾਏ ਕੋਈ ਨੌਜਵਾਨ, ਤੇ ਆਮ ਬੰਦਾ ਕਹਿ ਦਿੰਦਾ ਵੀ ਤੂੰ ਚੰਗਾ ਭਲਾ ਹੈ ਵੀ ਕਰਕੇ ਖਾ। ਫਿਰ ਉਹਨੂੰ ਆਮ ਲੋਕੀ ਕਹਿ ਦਿੰਦੇ ਵੇਖ ਚੰਗਾ ਭਲਾ ਹੈ ਤੇ ਮੰਗਣ ਵਾਸਤੇ ਲੱਕ ਬੰਨਿਆ, ਕੰਮ ਕਰਦਾ ਨਹੀਂ। ਇਟ ਮੀਨਸ ਕਿ ਉਹਦੇ ਅੰਦਰ ਸੰਭਾਵਨਾ ਦਿਸ ਰਹੀ ਹੈ ਕਿ ਇਹ ਬੰਦਾ ਕੁਝ ਕੰਮ ਕਰ ਸਕਦਾ ਹੈ। ਇੱਕ ਸ਼ਰਾਬ ਪੀਣ ਵਾਲਾ ਬੰਦਾ ਹੈ ਨਾ, ਕੋਈ ਸਾਡਾ ਰਿਸ਼ਤੇਦਾਰ, ਭੈਣ ਭਰਾ, ਸੱਜਣ ਮਿੱਤਰ ਹੋਵੇ, ਜਿਹੜਾ ਬੱਚਾ ਆਪਣੇ ਰਾਸਤੇ ਤੋਂ ਭਟਕ ਗਿਆ ਹੋਵੇ, ਤੇ ਅਸੀਂ ਉਹਨੂੰ ਸਮਝਾਉਂਦਿਆਂ ਹੋਇਆ ਕਹਿੰਦੇ ਆ ਨਾ, ਯਾਰ ਤੂੰ ਚੰਗਾ ਭਲਾ ਬੰਦਾ ਹੈ, ਤੇਰੇ ਅੰਦਰ ਪੋਸਿਬਿਲਿਟੀ ਹੈ, ਤੂੰ ਸ਼ਰਾਬ ਨਸ਼ੇ ਛੱਡ ਸਕਦਾ ਹੈ, ਤੂੰ ਕਾਮਯਾਬ ਹੋ ਸਕਦਾ ਹੈ, ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰਨਾ ਪਿਆ? ਇਹਨੂੰ ਕਹਿੰਦੇ ਨੇ ਪੋਜ਼ਿਟਿਵ ਥਿੰਕਿੰਗ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ,
ਪਹਿਲੀ ਗੱਲ, ਉਹ ਮੰਦਾ ਕੰਮ ਕੋਈ ਨਹੀਂ ਕਰਦਾ। ਦੂਜੀ ਗੱਲ, ਉਹਨੂੰ ਕੋਈ ਮੰਦਾ ਦਿਸਦਾ ਨਹੀਂ, ਯਾਨੀ ਉਹ ਨੈਗੇਟਿਵ ਵੇਖਦਾ ਨਹੀਂ, ਉਹ ਹਰ ਥਾਂ ਤੇ ਪੋਜ਼ਿਟਿਵਿਟੀ ਵੇਖਦਾ ਹੈ। ਔਰ ਤੀਜੀ ਗੱਲ ਸਮਝ ਦੇ ਉੱਤੇ, ਉਹ ਕਿਸੇ ਦੇ ਹਰ ਇੱਕ ਦੇ ਅੰਦਰ ਗੁਣਾਂ ਨੂੰ ਵੇਖਣ ਦਾ ਯਤਨ ਕਰਦਾ ਹੈ। ਸਾਧ ਸੰਗ ਜਾਣੇ ਪਰਮਾਨੰਦਾ। ਪਰਮਾਨੰਦਾ ਦਾ ਮਤਲਬ ਪਰਮ ਆਨੰਦ। ਪ੍ਰਭੂ ਪਰਮ ਆਨੰਦ ਦਾ ਸੋਮਾ ਹੈ। ਜਾਣੇ ਦਾ ਮਤਲਬ ਜਾਣ ਲੈਂਦਾ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਵਾਲਾ ਬੰਦਾ ਪਰਮ ਆਨੰਦ ਨੂੰ ਜਾਣ ਲੈਂਦਾ ਹੈ, ਰੱਬ ਨੂੰ ਜਾਣ ਲੈਂਦਾ ਹੈ ਕਿ ਰੱਬ ਮੇਰੇ ਅੰਦਰ ਹੈ, ਰੱਬ ਹਰ ਇਨਸਾਨ ਦੇ ਵਿੱਚ ਹੈ, ਰੱਬ ਹਰ ਥਾਂ ਦੇ ਉੱਤੇ ਪਸਰਿਆ ਔਰ ਫੈਲਿਆ ਹੋਇਆ ਹੈ। ਤੇ ਉਹ ਰੱਬ ਜਿਹੜਾ ਹੈ ਪਰਮ ਆਨੰਦ, ਸੁਖ ਦਾ ਮਾਲਕ ਹੈ, ਸੁੱਖਾਂ ਦਾ ਸਾਗਰ ਹੈ, ਪਰਮ ਆਨੰਦ ਦਾ ਮੂਲ ਹੈ। ਇਸ ਚੀਜ਼ ਨੂੰ ਉਹ ਬੰਦਾ ਜਾਣ ਲੈਂਦਾ ਹੈ। ਕੌਣ? ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ। ਕਿਵੇਂ ਜਾਣ ਲੈਂਦਾ ਹੈ? ਦੇਖੋ, ਸਾਡੇ ਅੰਦਰ, ਮੈਂ ਰੋਜ਼ ਇਹ ਬੇਨਤੀ ਕਰ ਰਿਹਾ ਕਿ ਹਰ ਇਨਸਾਨ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹੋਰ ਵੀ ਸਾਰੇ ਲੋਕਾਂ ਦੇ ਅੰਦਰ। ਤੇ ਇਸ ਗੱਲ ਦੀ ਸਾਨੂੰ ਸਮਝ ਹੈ ਕਿ ਇਹ ਗੁਣ ਹੀ ਸੁੱਖਾਂ ਦਾ ਸਾਧਨ ਨੇ। ਸੱਚਾਈ ਹੈ, ਦਇਆ ਹੈ, ਪਿਆਰ ਮੁਹੱਬਤ ਹੈ, ਇਹੀ ਖੁਸ਼ੀ ਦਾ ਸਾਧਨ ਨੇ। ਜਿਵੇਂ ਹੁਣ ਕਲਾਸ ਤੋਂ ਪਹਿਲਾਂ ਤੁਸੀਂ ਆਪਸ ਦੇ ਵਿੱਚ, ਜਾਂ ਅਸੀਂ ਸਾਰੇ ਥੋੜਾ ਹਾਸਾ ਮਜ਼ਾਕ ਕਰ ਲਈਦਾ, ਕਹਾਣੀਆਂ ਸੁਣਾ ਲਈਆਂ, ਤਾਂ ਖੁਸ਼ੀ ਬਣੀ ਹੁੰਦੀ ਨਾ, ਕਿਉਂਕਿ ਓਪਰਾਪਨ ਨਹੀਂ, ਸਾਡਾ ਇੱਕ ਪਰਿਵਾਰ ਬਣ ਗਿਆ ਕਲਾਸ। ਤੇ ਪਰਿਵਾਰ ਦੇ ਜੀਆਂ ਦੀ ਤਰ੍ਹਾਂ ਕਿੰਨੇ ਪਿਆਰ ਦੇ ਨਾਲ ਸਾਰੇ ਇੱਕ ਦੂਜੇ ਨਾਲ ਗੱਲਬਾਤ ਕਰਦੇ। ਇਹ ਸੁੱਖਾਂ ਦਾ ਮੂਲ ਹੈ ਗੁਣ। ਤੇ ਉਸ ਬੰਦੇ ਨੂੰ ਇਹ ਸਮਝ ਆ ਜਾਂਦੀ ਕਿ ਪਰਮ ਆਨੰਦ ਦਾ ਖਜ਼ਾਨਾ ਤੇ ਮੇਰੇ ਅੰਦਰ ਭਰਿਆ ਪਿਆ, ਖੁਸ਼ੀਆਂ ਦਾ ਖਜ਼ਾਨਾ ਤੇ ਮੇਰੇ ਅੰਦਰ ਹੈ, ਸਾਡੇ ਸਾਰਿਆਂ ਦੇ ਅੰਦਰ ਹੈ। ਜਿੰਨੇ ਵੀ ਸ਼ੁਭ ਗੁਣ ਨੇ, ਸੱਚਾਈ ਹੈ, ਦਇਆ ਹੈ, ਪ੍ਰੇਮ ਹੈ, ਇਹਨਾਂ ਨੂੰ ਵਰਤੋਗੇ ਤੇ ਖੁਸ਼ੀਆਂ ਵਰਤੀਆਂ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ। ਤਾਂ ਜਿਹੜਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਵਾਲਾ ਇਨਸਾਨ ਹੈ, ਉਹ ਪਰਮ ਆਨੰਦ ਦੇ ਮੂਲ ਪ੍ਰਭੂ ਪਰਮਾਤਮਾ ਨੂੰ ਹਰ ਥਾਂ ਦੇ ਉੱਤੇ ਵਸਦਾ ਹੋਇਆ ਵੇਖ ਲੈਂਦਾ ਹੈ, ਜਾਣ ਲੈਂਦਾ ਹੈ। ਉਹਦੇ ਨਾਲ ਉਹਦੀ ਜਾਣ ਪਛਾਣ ਬਣ ਜਾਂਦੀ ਹੈ, ਉਹ ਪਰਮ ਆਨੰਦ ਨੂੰ ਮਾਣਦਾ ਹੈ। ਸਾਧ ਕੈ ਸੰਗ ਨਾਹੀ ਹਉ ਤਾਪ। ਹਉ ਦਾ ਮਤਲਬ ਹਉਮੈ। ਗੁਰੂ ਦੀ ਸੰਗਤ ਵਿੱਚ ਆਉਣ ਦੇ ਨਾਲ ਮਨੁੱਖ ਨੂੰ ਹਉਮੈ ਦਾ ਤਾਪ ਨਹੀਂ ਰਹਿੰਦਾ, ਹਉਮੈ ਦੀ ਜਲਨ ਨਹੀਂ ਰਹਿੰਦੀ ਅੰਦਰ, ਹਉਮੈ ਦਾ ਬੁਖਾਰ ਲੈ ਜਾਂਦਾ। ਤਾਪ ਦਾ ਮਤਲਬ ਸੜਨ। ਹਉਮੈ ਕਰਕੇ ਬੰਦਾ ਜਲਦਾ ਹੈ ਨਾ। ਜਿਸ ਬੰਦੇ ਦੇ ਅੰਦਰ ਹੰਕਾਰ ਹੋਏਗਾ, ਸੁਪਰੀਓਰਿਟੀ ਕੰਪਲੈਕਸ ਹੋਏਗੀ, ਉਹ ਬੰਦਾ ਹਰ ਥਾਂ ਤੇ ਦੁਖੀ ਹੈ। ਕਿਉਂਕਿ ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਅੰਦਰ ਹਉਮੈ ਦਾ ਕੰਡਾ ਹੈ। ਜਿਉਂ ਜਿਉਂ ਚਲੇ ਚੁਭੈ ਦੁੱਖ ਪਾਵਹਿ, ਜਮਕਾਲ ਸਹਿ ਸਿਰਗੰਡਾ ਹੈ। ਹੰਕਾਰੀ ਮਨੁੱਖ ਜਿਵੇਂ ਜਿਵੇਂ ਚੱਲਦੇ ਨੇ, ਸਮਾਜ ਵਿੱਚ ਵਿਚਰਦੇ ਨੇ ਹਉਮੈ ਦੇ ਆਸਰੇ, ਤਿਵੇਂ ਤਿਵੇਂ ਅੰਦਰੋਂ ਹਉਮੈ ਦਾ ਕੰਡਾ ਚੁਭਦਾ ਹੈ ਤੇ ਉਹ ਆਤਮਕ ਮੌਤ ਦਾ ਡੰਡਾ ਸਹਾਰਦੇ ਨੇ, ਉਹ ਦੁਖੀ ਹੁੰਦੇ ਨੇ। ਸੁਪਰੀਓਰਿਟੀ ਕੰਪਲੈਕਸ ਵਾਲਾ ਬੰਦਾ ਹਰ ਥਾਂ ਦੇ ਉੱਤੇ ਦੁਖੀ ਹੋਏਗਾ। ਐਸੇ ਲੋਕਾਂ ਦੇ ਨਾਲ ਵਸਣਾ ਔਖਾ ਹੋ ਜਾਂਦਾ ਹੈ। ਐਸੇ ਲੋਕ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਨੇ। ਉਹਨਾਂ ਦਾ ਸਮਾਜ ਨਾਲੋਂ, ਪਰਿਵਾਰ ਨਾਲੋਂ ਨਾਤਾ ਟੁੱਟ ਜਾਂਦਾ ਹੈ। ਉਹ ਰੱਬ ਦੇ ਨਾਲੋਂ, ਗੁਰੂ ਦੇ ਨਾਲੋਂ ਵਿਛੜ ਜਾਂਦੇ ਨੇ, ਕਿਉਂਕਿ ਅੰਦਰ ਹਉਮੈ ਦਾ ਤਾਪ ਹੈ। ਦੂਜਾ ਹਉਮੈ ਦਾ ਵਿਗੜਿਆ ਰੂਪ ਹੈ ਇਨਫੀਰੀਓਰਿਟੀ ਕੰਪਲੈਕਸ। ਜਿਨ੍ਹਾਂ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਹੈ, ਉਹ ਵੀ ਦੁਖੀ ਨੇ, ਕਿਉਂਕਿ ਉਹ ਹਰ ਥਾਂ ਤੇ ਨੈਗੇਟਿਵਿਟੀ ਵੇਖਦੇ ਨੇ। ਮੇਰੇ ਤੋਂ ਕੁਛ ਨਹੀਂ ਹੋਣਾ, ਮੈਂ ਤੇ ਕਰਨ ਜੋਗਾ ਕੁਛ ਨਹੀਂ ਰਿਹਾ, ਹੁਣ ਤੇ ਗੋਡੇ ਗਿੱਟੇ ਨਹੀਂ ਤੁਰਦੇ, ਹੁਣ ਤੇ ਸੰਸਾਰ ਦੇ ਵਿੱਚ ਕੋਈ ਪੁੱਛਦਾ ਨਹੀਂ। ਇਹੋ ਜਿਹੀਆਂ ਭਾਵਨਾਵਾਂ ਆ ਜਾਂਦੀਆਂ ਨੇ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਦੇ ਨਾਲ ਇਹ ਦੋਵੇਂ ਚੀਜ਼ਾਂ ਅੰਦਰੋਂ ਨਿਕਲ ਜਾਂਦੀਆਂ ਨੇ। ਨਾ ਇਨਫੀਰੀਓਰਿਟੀ ਕੰਪਲੈਕਸ ਰਹਿੰਦਾ, ਨਾ ਸੁਪਰੀਓਰਿਟੀ ਕੰਪਲੈਕਸ ਰਹਿੰਦਾ ਹੈ। ਉਹਦੇ ਅੰਦਰ ਆਤਮ ਵਿਸ਼ਵਾਸ ਆ ਜਾਂਦਾ ਹੈ। ਉਹ ਆਤਮ ਵਿਸ਼ਵਾਸੀ ਹੁੰਦਾ ਹੈ। ਉਹ ਨਾ ਕਿਸੇ ਨੂੰ ਉੱਚਾ ਜਾਣਦਾ, ਨਾ ਕਿਸੇ ਨੂੰ ਨੀਵਾਂ ਜਾਣਦਾ। ਉਹਦੇ ਅੰਦਰੋਂ ਸਾਰੀ ਆਪਣਤਮ ਮਿਟ ਜਾਂਦੀ ਹੈ ਔਰ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਂਦਾ ਹੋਇਆ ਸੁਖੀ ਔਰ ਸ਼ਾਂਤ ਵਸਦਾ ਹੈ। ਸਾਧ ਕੇ ਸੰਗ ਤਜੈ ਸਭ ਆਪ। ਆਪ ਦਾ ਮਤਲਬ ਆਪਣਤ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਿਹਾ, ਉਹਦੇ ਅੰਦਰੋਂ ਆਪਣਤ ਮੁੱਕ ਜਾਂਦੀ ਹੈ। ਆਪਣਤ ਦਾ ਮਤਲਬ ਸੈਲਫਿਸ਼ਨੈਸ, ਸਵਾਰਥ, ਮੋਹ। ਹੁਣ ਸਾਡੇ ਸਾਰੇ ਝਗੜੇ ਸਵਾਰਥ ਦੇ ਨੇ। ਹਰ ਬੰਦੇ ਦੇ ਅੰਦਰ ਕੋਈ ਨਾ ਕੋਈ ਸਵਾਰਥ ਹੁੰਦਾ ਹੈ, ਚਾਹੇ ਉਹ ਮਾਣ ਦਾ ਹੋਵੇ ਕਿ ਮਾਣ ਮੈਨੂੰ ਮਿਲਣਾ ਚਾਹੀਦਾ, ਦੂਜੇ ਨੂੰ ਨਹੀਂ।
ਇਹ ਮਕਾਨ ਮੇਰੇ ਕੋਲ ਹੋਣਾ ਚਾਹੀਦਾ, ਦੂਜੇ ਕੋਲ ਨਹੀਂ। ਆਮ ਕਰਕੇ ਹੁੰਦਾ ਨਾ ਸਵਾਰਥ, ਤੇ ਇਹ ਸਵਾਰਥ ਕਰਕੇ ਬੰਦਾ ਬੜੇ ਵੱਡੇ ਵੱਡੇ ਰਿਸ਼ਤੇ ਤੋੜ ਬੈਂਦਾ ਹੈ। ਦੂਜੀ ਗੱਲ ਹੈਗੀ ਕਿ ਜਦੋਂ ਅਪਣੱਤ ਅੰਦਰ ਪੈਦਾ ਹੁੰਦਾ ਹੈ, ਮੋਹ ਪੈਦਾ ਹੁੰਦਾ ਹੈ, ਮੋਹ ਨੂੰ ਬੰਦਾ ਛੱਡਦਾ ਨਹੀਂ, ਤੇ ਇਸ ਮੋਹ ਦੇ ਕਾਰਨ ਫਿਰ ਮਹਾਭਾਰਤ ਵਰਗੇ ਵੱਡੇ ਯੁੱਧ ਹੁੰਦੇ ਨੇ। ਇਸ ਮੋਹ ਕਰਕੇ, ਸਵਾਰਥ ਕਰਕੇ ਮਰਲੇ ਮਰਲੇ ਪੈਲੀ ਪਿੱਛੇ ਭਰਾ ਭਰਾਵਾਂ ਦੇ ਕਤਲ ਕਰ ਦਿੰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਬੰਦਾ ਆਉਂਦਾ ਨਾ, ਤਾਂ ਉਹਦੇ ਅੰਦਰ ਸਵਾਰਥ ਨਹੀਂ ਰਹਿੰਦਾ, ਉਹਦੇ ਅੰਦਰ ਮੇਲ ਤੇਲ ਦੀ ਭਾਵਨਾ ਨਹੀਂ ਰਹਿੰਦੀ। ਉਹ ਬਿਨਾਂ ਸਵਾਰਥ ਤੋਂ ਜ਼ਿੰਦਗੀ ਜਿੰਦਾ ਹੈ। ਜੇ ਕਿਸੇ ਦੇ ਕੰਮ ਆਉਂਦਾ ਹੈ ਤੇ ਉਹ ਬਿਨਾਂ ਸਵਾਰਥ ਤੋਂ, ਜੇ ਕਿਸੇ ਦਾ ਸਹਿਯੋਗ ਕਰਦਾ ਤਾਂ ਉਹਦੇ ਪਿੱਛੇ ਉਹਨੂੰ ਸਵਾਰਥ ਨਹੀਂ ਹੁੰਦਾ ਕਿ ਅੱਜ ਮੈਂ ਸਹਿਯੋਗ ਕਰ ਰਿਹਾ ਤੇ ਕੱਲ ਨੂੰ ਇਹ ਵੀ ਮੇਰਾ ਸਹਿਯੋਗ ਕਰਿਓ। ਫਿਰ ਇਹੋ ਜਿਹੀਆਂ ਚੀਜ਼ਾਂ ਤੋਂ ਉਤਾਂ ਉੱਠ ਜਾਂਦਾ ਹੈ। ਆਪੇ ਜਾਣੈ ਸਾਧ ਵਡਾਈ, ਗੁਰੂ ਆਪਣੀ ਵਡਿਆਈ ਨੂੰ ਆਪ ਜਾਣਦਾ ਹੈ, ਕਿਉਂਕਿ ਗੁਰੂ ਦੀ ਵਡਿਆਈ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਗੁਰੂ ਕਿੰਨਾ ਮਹਾਨ ਹੈ, ਇਸ ਚੀਜ਼ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਜੀ ਦੀ ਮਹਾਨਤਾ, ਗੁਰੂ ਦੇ ਗੁਣਾਂ ਨੂੰ ਗਾਇਆ ਜਾ ਸਕਦਾ ਹੈ, ਲਾਭ ਉਠਾਇਆ ਜਾ ਸਕਦਾ ਹੈ, ਪਰ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਆਪਣੇ ਵਡਿਆਈ ਨੂੰ, ਆਪਣੀ ਮਹਿਮਾ ਨੂੰ, ਆਪਣੀ ਉੱਚੀ ਸੋਚ ਨੂੰ ਆਪ ਜਾਣਦਾ ਹੈ। ਯਾਨੀ ਗੁਰੂ ਦੀ ਵਡਿਆਈ ਦਾ, ਉੱਚੀ ਸੋਚ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਸਾਡੇ ਵਰਗਾ ਬੰਦਾ, ਮੇਰੇ ਵਰਗਾ ਇਨਸਾਨ ਗੁਰੂ ਅਰਜਨ ਦੇਵ ਜੀ ਦੀ ਉੱਚੀ ਸੁਰਤ ਨੂੰ, ਸੋਚ ਨੂੰ ਕੀ ਜਾਣ ਸਕਦਾ ਹੈ? ਜਿਹੜਾ ਮੈਂ ਥੋੜੇ ਥੋੜੇ ਚੀਜ਼ਾਂ ਵਾਸਤੇ ਸਵਾਰਥੀ ਹਾਂ, ਲੇਕਿਨ ਲੋਕ ਭਲਾਈ ਵਾਸਤੇ, ਹਿਊਮਨ ਰਾਈਟਸ ਵਾਸਤੇ ਤੱਤੀਆਂ ਤਵੀਆਂ ਤੇ ਬਹਿ ਕੇ ਸ਼ਹੀਦੀ ਦੇ ਦੇਣੀ, ਲੇਕਿਨ ਸੱਚ ਦਾ ਸਾਥ ਨਾ ਛੱਡਣਾ, ਤਾਂ ਉਹਨਾਂ ਦੀ ਉਸ ਉੱਚੀ ਅਵਸਥਾ ਦਾ ਅੰਤ ਅਸੀਂ ਕੀ ਜਾਣ ਸਕਦੇ ਹਾਂ? ਅਸੀਂ ਆਪਣੇ ਬੱਚਿਆਂ ਵਾਸਤੇ, ਬੱਚਿਆਂ ਦੇ ਪਿੱਛੇ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਹੀ ਲੜ ਪੈਂਦੇ ਹਾਂ, ਲੇਕਿਨ ਕਿਸੇ ਦੇ ਬੱਚਿਆਂ ਨੂੰ ਸੁੱਖ ਦੇਣ ਵਾਸਤੇ, ਆਪਣੇ ਬੱਚਿਆਂ ਨੂੰ ਨੀਹਾਂ ਵਿੱਚ ਚੜਾਉਣਾ, ਕਿੰਨੀ ਉੱਚੀ ਸੁਰਤ ਹੋਏਗੀ ਗੁਰੂ ਦੀ, ਇਸ ਨੂੰ ਤਾਂ ਗੁਰੂ ਆਪ ਹੀ ਜਾਣਦੇ। ਤਾਂ ਇਹਦਾ ਮਤਲਬ ਕਿ ਗੁਰੂ ਦਾ ਅਸੀਂ ਅੰਤ ਨਹੀਂ ਪਾ ਸਕਦੇ, ਗੁਰੂ ਦੀ ਉੱਚੀ ਸੁਰਤ ਨੂੰ ਜਾਣ ਨਹੀਂ ਸਕਦੇ, ਲੇਕਿਨ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਂਦਾ ਹੈ ਨਾ, ਉਹ ਮਹਾਨ ਹੋ ਜਾਂਦਾ ਹੈ। ਕਿੰਨਾ ਉੱਚਾ ਕਰ ਸਕਦਾ ਹੈ ਗੁਰੂ, ਇਹਦੇ ਬਾਰੇ ਵੀ ਅਸੀਂ ਨਹੀਂ ਜਾਣ ਪਾਵਾਂਗੇ। ਗੁਰਦੇਵ ਦਾ ਕਿੰਨਾ ਪਿਆਰਾ ਬਚਨ ਹੈ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਾਧਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਿੰਨਾ ਤਾਕਤ ਹੋਏਗੀ ਗੁਰੂ ਨਾਨਕ ਦੇਵ ਦੇ ਬੋਲਾਂ ਵਿੱਚ, ਜਿਨ੍ਹਾਂ ਦੇ ਉਚਾਰਨ ਕੀਤੇ ਇੱਕ ਸ਼ਬਦ ਨੇ ਸੱਜਣ ਦੀ ਜ਼ਿੰਦਗੀ ਬਦਲ ਦਿੱਤੀ, ਕੌਡੇ ਭੀਲ ਦੀ ਜ਼ਿੰਦਗੀ ਬਦਲ ਦਿੱਤੀ, ਭੂਮੀਏ ਚੋਰ ਦੀ ਜ਼ਿੰਦਗੀ ਬਦਲ ਦਿੱਤੀ, ਔਰ ਮਲਕ ਭਾਗੋ ਵਰਗਿਆਂ ਦਾ ਜੀਵਨ ਬਦਲ ਗਿਆ। ਹਜ਼ਾਰਾਂ ਨਹੀਂ ਲੱਖਾਂ ਲੋਕ ਵਿਕਾਰੀਆਂ ਤੋਂ ਸ਼ੁਭ ਗੁਣਾਂ ਦੇ ਧਾਰਨੀ ਬਣ ਗਏ। ਤਾਂ ਗੁਰੂ ਦੀ ਵਡਿਆਈ ਨੂੰ ਗੁਰੂ ਆਪ ਜਾਣਦਾ ਹੈ। ਨਾਨਕ ਸਾਧ ਪ੍ਰਭੂ ਬਨ ਆਈ, ਸਾਧ ਦਾ ਮਤਲਬ ਗੁਰੂ। ਜੋ ਗੁਰੂ ਹੈ ਉਹਦੀ ਪ੍ਰਭੂ ਦੇ ਨਾਲ ਪ੍ਰੀਤ ਬਣ ਆਈ ਹੈ, ਭਾਵ ਕਿ ਗੁਰੂ ਔਰ ਪ੍ਰਭੂ ਇੱਕੋ ਹੀ ਨੇ। ਗੁਰੂ ਔਰ ਰੱਬ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਜਾਂਦਾ। ਗੁਰ ਪਰਮੇਸ਼ਰ ਏਕੋ ਜਾਨ, ਗੁਰ ਕੇ ਸ਼ਬਦ ਮੰਤਰ ਮਨ ਮਾਨ। ਗੁਰੂ ਔਰ ਪ੍ਰਭੂ ਇੱਕ ਨੇ, ਉਹਨਾਂ ਦੀ ਪ੍ਰਭੂ ਦੇ ਨਾਲ ਪ੍ਰੀਤ ਬਣ ਆਈ। ਸਾਧ ਕੇ ਸੰਗ ਨਾ ਕਬਹੂ ਧਾਵੈ, ਕਬਹੂ ਦਾ ਮਤਲਬ ਕਦੇ ਵੀ, ਕਿਤੇ ਵੀ। ਗੁਰੂ ਦੀ ਸੰਗਤ ਵਿੱਚ ਆਉਣ ਦੇ ਨਾਲ ਮਨੁੱਖ ਦਾ ਮਨ ਕਦੇ ਦੌੜਦਾ ਨਹੀਂ, ਭਟਕਦਾ ਨਹੀਂ। ਜਿਹੜਾ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਲਵੇ ਨਾ, ਉਹਦਾ ਮਨ ਕਦੇ ਦੌੜਦਾ ਨਹੀਂ, ਉਹਦਾ ਮਨ ਕਦੇ ਭਟਕਦਾ ਨਹੀਂ ਹੈ, ਕਿਉਂਕਿ ਗੁਰੂ ਨੇ ਉਸਨੂੰ ਗੋਲ ਦਿੱਤਾ ਹੈ। ਗੋਲ ਕੀ ਦਿੱਤਾ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਸਾਡਾ ਗੋਲ ਹੈ ਸਚਿਆਰ ਹੋਣਾ, ਕਿ ਜੋ ਅਸੀਂ ਜ਼ਿੰਦਗੀ ਜੀਵੀਏ, ਜੋ ਅਸੀਂ ਬੋਲ ਬੋਲੀਏ, ਜੋ ਅਸੀਂ ਕਰਮ ਕਰਨੇ ਨੇ, ਉਹਦਾ ਬੇਸ ਸੱਚ ਹੈ। ਸੱਚੀ ਭਾਵਨਾ ਦੇ ਨਾਲ ਕਰਨੇ ਨੇ, ਸੱਚੀ ਭਾਵਨਾ ਦੇ ਨਾਲ ਜ਼ਿੰਦਗੀ ਜੀਣੀ ਹੈ। ਮਨ, ਬਚਨ ਔਰ ਕਰਮ ਕਰਕੇ ਸੱਚੇ ਹੋਣਾ ਹੈ। ਇਹ ਗੋਲ ਹੈ ਸਚਿਆਰ ਹੋਣਾ। ਤੇ ਸਚਿਆਰ ਜਿਹੜਾ ਬੰਦਾ ਹੈ ਉਹ ਰੱਬ ਦੇ ਵਿੱਚ ਮਿਲ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ, ਕਿਉਂਕਿ ਸਚਿਆਰ ਗੁਰਬਾਣੀ ਵਿੱਚ ਰੱਬ ਨੂੰ ਕਿਹਾ ਗਿਆ ਹੈ, ਤੂੰ ਕਰਤਾ ਸਚਿਆਰ ਮਹਿੰਦਾ ਸਾਈਂ। ਰੱਬ ਸਚਿਆਰ ਹੈ ਨਾ, ਤੇ ਸਚਿਆਰ ਹੋਣਾ ਸਾਡਾ ਗੋਲ ਹੈ। ਤੇ ਜਿਨਨੇ ਗੁਰੂ ਅੱਗੇ ਸਮਰਪਣ ਕਰ ਦਿੱਤਾ, ਸਰੈਂਡਰ ਹੋ ਗਿਆ,
ਉਹ ਫਿਰ ਇਸ ਸਚਿਆਰ ਵਾਲੇ ਗੋਲ ਤੋਂ ਉਹਦਾ ਮਨ ਕਿਤੇ ਦੌੜੇਗਾ ਨਹੀਂ। ਪਲ ਭਰ ਵਾਸਤੇ ਉਹਦੇ ਮਨ ਵਿੱਚ ਵਿਚਾਰ ਨਹੀਂ ਆਏਗੀ ਕਿ ਮੈਂ ਥੋੜਾ ਝੂਠ ਬੋਲ ਲਵਾਂ, ਕਿਸੇ ਦੇ ਨਾਲ ਮੈਂ ਈਰਖਾ ਕਰ ਲਵਾਂ, ਵੈਰ ਕਮਾ ਦੇਵਾਂ, ਰਿਸ਼ਵਤ ਲੈ ਲਵਾਂ, ਕੋਈ 2 ਨੰਬਰ ਦਾ ਧੰਦਾ ਕਰ ਲਵਾਂ। ਇਧਰ ਮਨ ਦੌੜੇਗਾ ਹੀ ਨਹੀਂ। ਉਹਦਾ ਮਨ ਨਿਰੋਲ ਸੱਚ ਦੇ ਵਿੱਚ ਜੁੜਿਆ ਰਹੇਗਾ, ਸ਼ੁਭ ਗੁਣਾਂ ਦੇ ਵਿੱਚ ਉਹਦਾ ਮਨ ਜੁੜਿਆ ਰਹੇਗਾ। ਉਹਨੂੰ ਇਹ ਗੱਲ ਯਾਦ ਹੋਏਗੀ ਕਿ ਇੱਕੋ ਹੀ ਰੱਬ ਸਭ ਥਾਂ ਤੇ ਵਸ ਰਿਹਾ ਹੈ। ਅਦਿਸ ਦਾ ਸੰਸਾਰ ਰੱਬ ਦਾ ਰੂਪ ਹੈ। ਮੈਂ ਰੱਬ ਦੀ ਚਰਨਾਂ ਦੀ ਸ਼ਰਨ ਵਿੱਚ ਰਹਿਣਾ ਹੈ। ਮੈਂ ਹਮੇਸ਼ਾ ਚੰਗੇ ਕਰਮ ਕਰਨੇ ਨੇ। ਉਹਦਾ ਮਨ ਦੌੜੇਗਾ ਹੀ ਨਹੀਂ, ਭਟਕੇਗਾ ਹੀ ਨਹੀਂ ਆਪਣੇ ਗੋਲ ਤੋਂ। ਤੇ ਕਾਮਯਾਬ ਜ਼ਿੰਦਗੀ ਵਿੱਚ ਉਹ ਹੁੰਦਾ ਹੈ ਜਿਹੜਾ ਆਪਣੇ ਰਾਸਤੇ ਤੋਂ ਭਟਕਦਾ ਨਹੀਂ, ਆਪਣੀ ਮੰਜ਼ਿਲ ਤੇ ਉਹ ਹੀ ਪਹੁੰਚਦਾ ਹੈ। ਤੇ ਜੇ ਬੰਦਾ ਰਾਸਤੇ ਤੋਂ ਭਟਕ ਜਾਏ, ਕੋਈ ਗਲਤ ਐਗਜ਼ਿਟ ਲੈ ਲਵੇ, ਤਾਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚੇਗਾ ਨਾ। ਇਸ ਲਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਵਾਲਾ ਮਨੁੱਖ ਦਾ ਮਨ ਕਦੇ ਨਹੀਂ ਭਟਕਦਾ, ਉਹ ਹਮੇਸ਼ਾ ਸੱਚ ਦੇ ਨਾਲ ਜੁੜਿਆ ਰਹਿੰਦਾ। ਸਾਧ ਕੇ ਸੰਗ ਸਦਾ ਸੁਖ ਪਾਵੇ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਮਨੁੱਖ ਸਦਾ ਲਈ ਫਿਰ ਸੁਖ ਮਾਣਦਾ, ਸੁਖ ਪਾਉਂਦਾ, ਉਹ ਕਦੇ ਦੁਖੀ ਨਹੀਂ ਹੁੰਦਾ। ਕਿਉਂਕਿ ਦੁਖੀ ਸਾਡੇ ਮਨ ਨੇ ਉਦੋਂ ਹੋਣਾ ਹੈ ਜਦੋਂ ਸਾਡੇ ਮਨ ਵਿੱਚ ਵਿਕਾਰ ਪੈਦਾ ਹੋਣ। ਦੁਖੀ ਅਸੀਂ ਉਦੋਂ ਹੋਵਾਂਗੇ ਜਦੋਂ ਕੋਈ ਮਾੜਾ ਕੰਮ ਕਰਾਂਗੇ। ਦੁੱਖ ਸਾਡੀ ਜ਼ਿੰਦਗੀ 'ਚ ਉਦੋਂ ਪੈਦਾ ਹੋਣਾ ਜਦੋਂ ਅਸੀਂ ਕਿਸੇ ਨਾਲ ਮਾੜਾ ਬੋਲਾਂਗੇ, ਮਾੜਾ ਵਿਹਾਰ ਕਰਾਂਗੇ, ਆਪਣੇ ਆਚਰਣ ਤੋਂ, ਆਪਣੇ ਆਦਰਸ਼ ਤੋਂ ਗਿਰਾਂਗੇ, ਤਾਂ ਸਾਡੀ ਜ਼ਿੰਦਗੀ ਅੰਦਰ ਦੁੱਖ ਪੈਦਾ ਹੋਣਾ। ਤੇ ਜੇ ਮੇਰਾ ਮਨ ਸ਼ੁਭ ਗੁਣਾਂ ਦੇ ਉੱਤੇ ਟਿਕਿਆ ਹੋਇਆ ਹੈ ਤਾਂ ਮੇਰੇ ਮਨ ਦੇ ਅੰਦਰ ਕੋਈ ਦੁੱਖ ਦਾ ਕਾਰਨ ਹੀ ਨਹੀਂ ਹੈ, ਫਿਰ ਮੈਂ ਸੁਖੀ ਹੀ ਸੁਖੀ ਹਾਂ। ਜੇ ਮੇਰੇ ਬੋਲ ਸੱਚੇ ਨੇ, ਪਿਆਰੇ ਨੇ, ਜੇ ਮੇਰਾ ਵਿਹਾਰ ਚੰਗਾ ਪਿਆਰਾ ਹੈ, ਤਾਂ ਦੁੱਖ ਦਾ ਕੋਈ ਰੀਜ਼ਨ ਨਹੀਂ ਹੈ। ਇਸ ਲਈ ਸਾਧ ਕੇ ਸੰਗ ਸਦਾ ਸੁਖ ਪਾਵੇ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣ ਵਾਲਾ ਬੰਦਾ ਸਦਾ ਸੁਖ ਪਾਉਂਦਾ ਹੈ। ਵੈਸੇ ਜੇ ਆਮ ਅਸੀਂ ਜ਼ਿੰਦਗੀ ਵਿੱਚ ਵੇਖੀਏ ਤਾਂ ਦੇਖੋ, ਮੰਦਿਰਾਂ, ਮਸੀਤਾਂ, ਗੁਰਦੁਆਰੇ ਸਾਹਿਬਾਨ ਵਿੱਚ ਲੋਕ ਜਾ ਰਹੇ ਨੇ, ਰੱਬ ਦਾ ਨਾਮ ਲੋਕ ਲੈ ਰਹੇ ਨੇ, ਆਪੋ ਆਪਣੇ ਧਰਮ ਗ੍ਰੰਥਾਂ ਨੂੰ ਲੋਕ ਪੜ੍ਹ ਰਹੇ ਨੇ, ਲੇਕਿਨ ਕਿੰਨੇ ਕੁ ਲੋਕ ਨੇ ਜੋ ਸੁਖੀ ਨੇ? ਕਿੰਨੇ ਕੁ ਲੋਕ ਜੋ ਸੁਖੀ ਨੇ? ਹੁਣ ਜੇ ਅਸੀਂ ਦਰਬਾਰ ਸਾਹਿਬ ਦੀ ਹੀ ਗੱਲ ਕਰੀਏ ਤਾਂ ਉੱਥੇ ਰਾਗੀ ਸਾਹਿਬਾਨ ਦਾ ਪਿਆ ਹੈ ਨਾ ਕਾਂਟੋ ਕਲੇਸ਼ ਇਹਨਾਂ ਦੇ ਗ੍ਰੰਥੀ ਸਾਹਿਬ ਦੇ ਨਾਲ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਦਾ ਭਾਵ ਇਹਦਾ ਮਤਲਬ ਫਿਰ ਕੁਝ ਹੋਰ ਹੋਇਆ ਨਾ। ਐਸੇ ਬੋਲ ਜੋ ਰਾਗੀ ਸਿੰਘਾਂ ਵਾਸਤੇ ਬੋਲੇ ਜਾ ਰਹੇ ਨੇ ਨਹੀਂ ਸਨ ਬੋਲਣੇ ਚਾਹੀਦੇ, ਕਿਉਂਕਿ ਉਹਨਾਂ ਨੂੰ ਰਾਗਾਂ ਬਾਰੇ ਨੌਲੇਜ ਹੈ ਨਾ, ਰਾਗੀ ਸਿੰਘਾਂ ਨੂੰ ਪਤਾ ਹੈ। ਹੁਣ ਮੈਂ ਕਥਾ ਕਰ ਲੈਂਦਾ, ਗੁਰਬਾਣੀ ਦੀ ਫਿਲਾਸਫੀ ਬਾਰੇ ਮੈਨੂੰ ਪਤਾ ਹੈ, ਲੇਕਿਨ ਸੁਰਿੰਦਰ ਕੌਰ ਭੈਣ ਜੀ ਤੁਸੀਂ ਅਨਮਿਊਟ ਹੋ ਜਾਓ। ਹਾਂਜੀ, ਤੇ ਮੈਨੂੰ ਰਾਗਾਂ ਬਾਰੇ ਨਹੀਂ ਪਤਾ। ਰਾਗਾਂ ਬਾਰੇ ਰਾਗੀ ਸਾਹਿਬਾਨ ਨੂੰ ਪਤਾ ਹੈ ਕਿਸ ਟਾਈਮ ਕਿਹੜਾ ਰਾਗ ਗਾਉਣਾ ਹੈ, ਕਿਹੜੀ ਸੁਰ ਲਗਾਉਣੀ ਹੈ, ਤਾਂ ਉਹ ਨਾ ਇੰਟਰਫੇਅਰ ਕੀਤਾ ਜਾਵੇ। ਜਾਂ ਜੇ ਕੋਈ ਛੋਟੀ ਮੋਟੀ ਗਲਤੀ ਹੈ ਤਾਂ ਉਹਨੂੰ ਪਿਆਰ ਦੇ ਨਾਲ। ਤਾਂ ਇਹਦਾ ਮਤਲਬ ਗੁਰੂ ਦੇ ਸ਼ਰਨ ਦਾ ਮਤਲਬ ਹੈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ, ਗੁਰੂ ਦੇ ਗਿਆਨ ਨੂੰ ਅਮਲ ਦੇ ਅੰਦਰ ਲਿਆਉਣਾ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜੋ ਰਹੇਗਾ ਉਹ ਬੰਦਾ ਸਦਾ ਸੁਖੀ ਰਹੇਗਾ। ਸ਼ਰਨ ਦਾ ਮਤਲਬ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ, ਗੁਰਬਾਣੀ ਅਨੁਸਾਰ ਮਨ ਬਚ ਕਰਮ ਦੀ ਆਪਣੀ ਸੋਚ ਨੂੰ ਬਣਾਉਣਾ। ਤੇ ਜਿਹੜਾ ਐਸੀ ਸੋਚ ਬਣਾ ਲਵੇਗਾ ਭਾਈ, ਉਹ ਹਮੇਸ਼ਾ ਸੁਖੀ ਔਰ ਸ਼ਾਂਤ ਹੈ। ਸਾਧ ਸੰਗ ਬਸਤ ਅਗੋਚਰ ਲਹਿ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਦੇ ਨਾਲ ਅਗੋਚਰ ਵਸਤੂ ਮਿਲ ਜਾਂਦੀ ਹੈ। ਅਗੋਚਰ ਦਾ ਮਤਲਬ ਅ ਪਲਸ ਗੋ ਪਲਸ ਚਰ, ਜੋ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਹਨੂੰ ਬੰਦਾ ਲੱਭ ਲੈਂਦਾ, ਅੰਦਰੋਂ ਮਿਲ ਜਾਂਦੀ ਉਹ। ਹੁਣ ਦੇਖੋ, ਸਾਡੇ ਅੰਦਰ ਸੱਚ ਵੀ ਹੈ, ਦਇਆ ਵੀ ਹੈ, ਧਰਮ ਵੀ ਹੈ, ਧੀਰਜ ਵੀ ਹੈ, ਸ਼ੁਭ ਗੁਣ ਸਾਡੇ ਅੰਦਰ ਨੇ, ਪਰ ਸਾਡੀ ਪਹੁੰਚ ਤੋਂ ਪਰੇ ਨਹੀਂ। ਸਾਡੀ ਪਹੁੰਚ ਤੋਂ ਪਰੇ ਕਿਉਂ ਨੇ? ਕਿਉਂਕਿ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰ ਰਹੇ। ਹੁਣ ਇੱਥੇ ਸਾਹਮਣੇ ਮੇਰੇ ਕੋਲ ਪਾਣੀ ਦਾ ਗਲਾਸ ਪਿਆ ਹੋਏ ਜਾਂ ਪਾਣੀ ਭਰਿਆ ਪਿਆ ਹੋਏ ਔਰ ਮੈਂ ਪਾਣੀ ਪੀਵਾਂ ਨਾ, ਤਾਂ ਮੇਰੀ ਪਹੁੰਚ ਤੋਂ ਤੇ ਪਰੇ ਹੀ ਹੈ ਨਾ, ਕਿਉਂਕਿ ਮੈਂ ਉਹਨੂੰ ਯੂਜ਼ ਨਹੀਂ ਕਰ ਰਿਹਾ ਨਾ, ਮੈਂ ਉਹਨੂੰ ਫੜ ਨਹੀਂ ਪਾ ਰਿਹਾ, ਉਹਨੂੰ ਪੀ ਨਹੀਂ ਪਾ ਰਿਹਾ, ਤਾਂ ਮੇਰੀ ਪਹੁੰਚ ਤੋਂ ਤੇ ਪਰੇ ਹੀ ਹੈ। ਹੁਣ ਇਹ ਚੀਜ਼ਾਂ ਸਾਰੀਆਂ ਸਾਡੇ
ਅੰਦਰ ਨੇ, ਹਰ ਇੱਕ ਦੇ ਅੰਦਰ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ ਸੱਚਾਈ। ਇਹਦਾ ਮਤਲਬ ਬਿਲਕੁਲ ਨੇੜੇ ਨੇ। ਸਾਡੇ ਤੋਂ ਅਪਹੁੰਚ ਕਿਉਂ ਨੇ? ਕਿਉਂਕਿ ਅਸੀਂ ਇਹਨਾਂ ਨੂੰ ਯੂਜ਼ ਨਹੀਂ ਕਰ ਰਹੇ। ਤਾਂ ਜਦੋਂ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਹਾਂ ਤਾਂ ਗੁਰੂ ਸਾਨੂੰ ਇਹ ਗਿਆਨ ਬਖਸ਼ਦੇ ਨੇ ਕਿ ਪਿਆਰਿਆ, ਤੇਰੇ ਕੋਲ ਹੈ ਸਾਰਾ ਕੁਝ, ਇਹਨਾਂ ਨੂੰ ਅੰਦਰੋਂ ਯੂਜ਼ ਕਰ, ਮਨ ਤੋਂ ਜੋਤ ਸਰੂਪ ਹੈ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਨਾਲ ਉਹ ਜਿਹੜੀਆਂ ਚੀਜ਼ਾਂ ਸਾਡੇ ਤੋਂ ਅਪ੍ਰਾਪਤ ਸਨ, ਉਹਨਾਂ ਨੂੰ ਬੰਦਾ ਪ੍ਰਾਪਤ ਕਰ ਲੈਂਦਾ ਉਸ ਪ੍ਰਭੂ ਨੂੰ। ਸਾਧੂ ਕੈ ਸੰਗ ਅਜਰਸ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਦੇ ਨਾਲ ਬੰਦਾ ਅਜਰ ਨੂੰ ਜਰ ਲੈਂਦਾ ਹੈ, ਅਜਰ ਨੂੰ ਜਰ ਲੈਂਦਾ ਹੈ। ਹੁਣ ਦੇਖੋ, ਅਜਰ ਨੂੰ ਜਰਨਾ ਕੀ ਹੈ? ਕਈ ਵਾਰ ਨਾ ਅਸੀਂ ਚੰਗਿਆਈ ਕਰ ਲੈਂਦੇ ਹਾਂ, ਚੰਗਿਆਈ ਕਰਨੀ ਚਾਹੀਦੀ ਹੈ, ਪਰ ਕਈ ਵਾਰ ਬੰਦਾ ਨਾ ਚੰਗਿਆਈ ਕਰਕੇ ਉਹਨੂੰ ਜਰ ਨਹੀਂ ਸਕਦਾ, ਫਿਰ ਲੋਕਾਂ ਨੂੰ ਦੱਸਦਾ ਫਿਰਦਾ ਹੈ। ਕਈ ਵਾਰ ਅਸੀਂ ਕਿਸੇ ਨੂੰ ਕੋਈ ਥੋੜਾ ਬਹੁਤਾ ਸਹਿਯੋਗ ਕਰ ਦਿੰਦੇ ਹਾਂ, ਬੜਾ ਚੰਗਾ ਕੰਮ ਹੈ, ਪਰ ਫਿਰ ਸਾਰੇ ਥਾਂ ਥਾਂ ਤੇ ਅਸੀਂ ਦੱਸਦੇ ਫਿਰਨੇ ਆ ਤੇ ਉਹ ਬੰਦਾ ਉਹਨੂੰ ਮਰਨ ਹਾਕਾ ਕਰ ਦਿੰਦੇ ਆ। ਉਹ ਕਹਿੰਦਾ ਵੀ ਇਹਦੇ ਨਾਲੋਂ ਚੰਗਿਆਈ ਨਾ ਹੀ ਕਰਦਾ ਤੇ ਠੀਕ ਸੀ। ਕਈ ਵਾਰ ਅਸੀਂ ਚੰਗਾ ਕੰਮ ਕਰਕੇ ਫਿਰ ਅਹਿਸਾਨ ਜਤਾਉਂਦੇ ਆ ਨਾ, ਸਾਰੀ ਉਮਰ ਉਸ ਬੰਦੇ ਨੂੰ ਅਸੀਂ ਨੀਵਾਂ ਵਿਖਾਉਂਦੇ ਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਉਹਦੇ ਅੰਦਰ ਅਹੰਕਾਰ ਨਹੀਂ ਪੈਦਾ ਹੁੰਦਾ। ਚੰਗਿਆਈ ਕਰਦਾ ਪਰ ਉਹ ਚੰਗਿਆਈ ਨੂੰ ਜਰ ਲੈਂਦਾ, ਹੰਕਾਰੀ ਨਹੀਂ ਹੁੰਦਾ। ਕਈ ਵਾਰ ਬੰਦਾ ਚੰਗੇ ਕੰਮ ਕਰਕੇ ਆਪਣੇ ਗੁਣਾਂ ਦਾ ਹੀ ਇੰਨਾ ਹੰਕਾਰ ਕਰ ਲੈਂਦਾ ਕਿ ਉਹ ਹੰਕਾਰ ਹੀ ਉਸ ਨੂੰ ਡੇਗ ਦਿੰਦਾ। ਕਈ ਵਾਰ ਬੰਦਾ ਕਿਸੇ ਮਰਤਬੇ ਤੇ ਪਹੁੰਚ ਜਾਂਦਾ, ਫਿਰ ਉਹਨੂੰ ਜਰ ਨਹੀਂ ਨਾ ਪਾਉਂਦਾ। ਮੰਨ ਲਓ ਕੋਈ ਬੰਦਾ ਅਫਸਰ ਲੱਗ ਗਿਆ, ਤਾਂ ਹੁਣ ਚਾਹੀਦਾ ਤੇ ਹੈ ਕਿ ਉੱਥੇ ਨਿਆਂ ਕਰੇ, ਪਰ ਆਮ ਜੋ ਬਹੁਤਾਤ ਗਿਣਤੀ ਕਈ ਵਾਰ ਉਸ ਰੁਤਬੇ ਦਾ, ਮਰਤਬੇ ਦਾ ਗਲਤ ਫਾਇਦਾ ਲੋਕ ਉਠਾਉਂਦੇ ਨੇ, ਉਹਦਾ ਰੋਬ ਦਾਬ ਪਾਉਂਦੇ ਨੇ। ਤਾਂ ਇਹਨੂੰ ਕਹਿੰਦੇ ਨੇ ਕਿ ਅਜਰ ਜਰਨਾ। ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਬੰਦਾ ਆਉਂਦਾ ਹੈ ਨਾ, ਤਾਂ ਮਰਤਬੇ ਨੂੰ ਜਰਦਾ ਹੈ, ਯਾਨੀ ਉਹ ਆਪਣੇ ਆਪ ਨੂੰ ਕਾਬੂ ਦੇ ਵਿੱਚ ਰੱਖਦਾ ਹੈ, ਆਪਣੇ ਜੀਵਨ ਨੂੰ ਬੈਲੈਂਸ ਬਣਾ ਕੇ ਰੱਖਦਾ ਹੈ, ਚੰਗਿਆਈ ਕਰਦਾ ਹੈ, ਪਰ ਉਹਦਾ ਮਾਣ ਹੰਕਾਰ ਨਹੀਂ ਕਰਦਾ। ਸਾਧ ਕੇ ਸੰਗ ਬਸੈ ਥਾਨ ਉੱਚੇ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਵਾਲਾ ਉੱਚੇ ਥਾਂ ਤੇ ਵਸਦਾ ਹੈ। ਹੁਣ ਉੱਚੇ ਥਾਂ ਦਾ ਮਤਲਬ ਇਹ ਨਹੀਂ ਕਿ ਉੱਚਾ ਚੁਬਾਰਾ ਪਾ ਲੈਂਦਾ ਹੈ। ਉੱਚੇ ਥਾਂ ਦੇ ਉੱਤੇ ਵਸਣ ਦਾ ਮਤਲਬ ਹੈ ਕਿ ਉਹਦੀ ਸੋਚ ਉੱਚੀ ਹੋ ਜਾਂਦੀ। ਆ ਪਿੱਛੇ ਜੇ ਇੱਕ ਚੁਟਕਲਾ ਤੁਹਾਡੇ ਕੋਲ ਵੀ WhatsApp ਤੇ ਘੁੰਮਦਾ ਹੋਵੇਗਾ ਨਾ, ਬੰਦੇ ਨੂੰ ਸੋਚ ਉੱਚੀ ਰੱਖਣੀ ਚਾਹੀਦੀ ਹੈ, ਤੇ ਉਹ ਕਹਿੰਦਾ ਇਸ ਕਰਕੇ ਮੈਂ ਕੋਠੇ ਦੇ ਉੱਤੇ ਬਹਿ ਕੇ ਸੋਚਣਾ ਵਾ, ਚੁਬਾਰੇ ਤੇ ਚੜ ਕੇ ਸੋਚਣਾ, ਕਿਉਂਕਿ ਸੋਚ ਉੱਚੀ ਰੱਖਣੀ ਚਾਹੀਦੀ ਹੈ। ਐਸਾ ਨਹੀਂ ਹੈ ਕਿ ਚੁਬਾਰੇ ਤੇ ਬਹਿ ਕੇ, ਖਜੂਰ ਤੇ ਬਹਿ ਜਾਓ ਤੇ ਉੱਚੀ ਸੋਚ ਹੋ ਜਾਏਗੀ, ਐਵੇਂ ਨਹੀਂ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਵਾਲਾ ਬੰਦੇ ਦੀ ਸੋਚ, ਮਾਨਸਿਕਤਾ ਬੜੀ ਉੱਚੀ ਹੋ ਜਾਂਦੀ ਹੈ, ਉੱਚੀ ਸੋਚ ਦਾ ਮਾਲਕ ਹੁੰਦਾ। ਉਹ ਸਰਬੱਤ ਦਾ ਭਲਾ ਮੰਗਦਾ ਹੈ, ਉੱਚੇ ਆਤਮਿਕ ਟਿਕਾਣੇ ਤੇ ਵਸਦਾ ਹੈ। ਉਹਦੀ ਸੁਰਤ ਸਤ, ਸੰਤੋਖ, ਦਇਆ, ਧਰਮ, ਧੀਰਜ ਦੇ ਅੰਦਰ ਹਮੇਸ਼ਾ ਸਮਾਈ ਰਹਿੰਦੀ ਹੈ। ਉਹ ਹਮੇਸ਼ਾ ਪਰਉਪਕਾਰ ਵਾਸਤੇ ਸੋਚਦਾ ਹੈ, ਉਹ ਹਮੇਸ਼ਾ ਗੁਣਾਂ ਵਾਲੀ ਸੋਚ ਰੱਖਦਾ ਹੈ, ਉਹ ਕੁਛ ਨਾ ਕੁਛ ਚੰਗਾ ਕਰਦਾ ਹੈ, ਉਹਦੇ ਅੰਦਰ ਪੋਜ਼ਿਟਿਵਿਟੀ ਹੁੰਦੀ ਹੈ, ਉਹਦੇ ਅੰਦਰ ਗੁਣਾਤਮਕ ਸੋਚ ਹੁੰਦੀ ਹੈ, ਉਹ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ, ਉਹ ਹਰ ਥਾਂ ਤੇ ਕੁਛ ਚੰਗਾ ਸੋਚਦਾ ਹੈ। ਸਾਧੂ ਕੈ ਸੰਗ ਮਹਿਲ ਪਹੁੰਚੇ। ਮਹਿਲ ਦੇ ਲੱਲੇ ਨਾਲ ਸਿਹਾਰੀ ਹੈ, ਮਹਿਲ ਵਿੱਚ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਦੇ ਨਾਲ ਬੰਦਾ ਰੱਬੀ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਪਹੁੰਚੇ ਦਾ ਮਤਲਬ ਮਹਿਲ ਵਿੱਚ ਪਹੁੰਚ ਜਾਂਦਾ ਹੈ, ਟਿਕਾਣੇ ਤੇ ਪਹੁੰਚ ਜਾਂਦਾ ਹੈ, ਰੱਬ ਦੇ ਵਿੱਚ ਲੀਨ ਹੋ ਜਾਂਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ ਸਾਧੂ ਕੇ ਸੰਗ ਮਹਿਲ ਪਹੁੰਚੇ, ਤੇ ਭਗਤ ਕਬੀਰ ਜੀ ਇਹਨੂੰ ਕਹਿ ਰਹੇ ਨੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ। ਤੇ ਗੁਰੂ ਤੇਗ ਬਹਾਦਰ ਜੀ ਇਸ ਨੂੰ ਕਹਿੰਦੇ ਨੇ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਤੇ ਗੁਰੂ ਸਾਹਿਬ ਹੋਰ ਥਾਂ ਤੇ ਕਹਿੰਦੇ ਨੇ ਜੋਤੀ ਜੋਤ ਰਲੀ। ਔਰ ਭਗਤ ਰਵਿਦਾਸ ਜੀ ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਯਾਨੀ ਮਹਿਲ ਪਹੁੰਚੇ ਦਾ ਮਤਲਬ ਉਹਦੀ ਸੁਰਤ ਰੱਬ ਦੇ ਵਿੱਚ ਮਿਲ ਕੇ ਰੱਬ ਦਾ ਰੂਪ ਹੋ ਜਾਂਦੀ ਹੈ। ਉਹ ਹਮੇਸ਼ਾ ਰੱਬੀ ਗੁਣਾਂ ਦੇ ਵਿੱਚ ਜੁੜਿਆ ਰਹਿੰਦਾ ਹੈ। ਕੌਣ? ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਹੈ, ਜਿਹਨੇ ਗੁਰੂ ਤੋਂ ਗਿਆਨ ਹਾਸਲ ਕੀਤਾ ਹੈ, ਜਿਸ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਇਆ ਹੈ। ਸਾਧ ਕੇ ਸੰਗ
दृढ़ सब धर्म। हुण दृढ़ सब धर्म का मतलब दृढ़ कर लैंदा है, धर्म का मतलब फर्ज। हुण इत्थे सब धर्म का मतलब ये नहीं कि वो सारे धर्मां नूं दृढ़ कर लैंदा कि सारे धर्मां दे कर्म कांड करी जांदा है। इत्थे धर्म का मतलब है फर्ज। गुरु दे चरनां दी शरण विच रहण वाला बंदा सारे फर्जां नूं चंगी तरह समझ लैंदा है और उन्हां नूं दृढ़ता दे नाल पूरियां करदा है, दृढ़ता दे नाल पूरियां करदा है उन्हां फर्जां नूं। और देखो सौखी गल है, धर्मी होना की है, जिवें मैं पहला भी कई बार बेनती की है कि एक औरत है तो औरत किसी की बेटी है, भैन है, पत्नी है, मां है, नूह है, सस है, दरानी जठानी है, किन्ने सारे रिश्ते ने उहदे। ਤਾਂ ਉਹ ਸੱਚ ਨੂੰ ਆਧਾਰ ਬਣਾ ਕੇ ਇਹਨਾਂ ਫਰਜ਼ਾਂ ਨੂੰ ਦ੍ਰਿੜਤਾ ਦੇ ਨਾਲ ਨਿਭਾਉਂਦੀ ਹੈ। ਦ੍ਰਿੜਤਾ ਦੇ ਨਾਲ ਬੇਟੀ ਵਾਲੇ ਫਰਜ਼ ਪੂਰੇ ਕਰਦੀ ਹੈ। ਬੇਟੀਆਂ ਤੇ ਦੇਖੋ ਹਰ ਇੱਕ ਦੀਆਂ ਨੇ ਨਾ, ਪਰ ਸਾਰੀਆਂ ਬੇਟੀਆਂ ਚੰਗੀਆਂ ਨਹੀਂ ਨਾ ਹੁੰਦੀਆਂ। ਚੰਗੀ ਬੇਟੀ ਵਿੱਚ ਕਿਹੜੀ ਕਿਹੜੀ ਕੁਆਲਿਟੀ ਹੋਣੀ ਚਾਹੀਦੀ, ਕਿਹੜੇ ਕਿਹੜੇ ਗੁਣ ਨੇ, ਕਿਹੜੇ ਫਰਜ਼ ਨੇ। ਭੈਣਾਂ ਨੇ, ਸਾਰੀਆਂ ਭੈਣਾਂ ਚੰਗੀਆਂ ਨਹੀਂ ਨਾ ਹੁੰਦੀਆਂ। ਚੰਗੀ ਭੈਣ ਦੇ ਕੀ ਕੀ ਫਰਜ਼ ਨੇ। ਜਿਵੇਂ ਜੇ ਅਸੀਂ ਭੈਣ ਨਾਨਕੀ ਦੀ ਗੱਲ ਕਰੀਏ, ਜੇ ਉਸ ਇਤਿਹਾਸ ਨੂੰ ਥੋੜਾ ਜਿਹਾ ਅਸੀਂ ਲਵੀਏ ਔਰ ਅੱਜ ਦੀ ਵਰਡਿੰਗ ਵਿੱਚ ਮੈਂ ਬੋਲਾਂ ਤਾਂ ਜੇ ਕਿਤੇ ਪਿਤਾ ਵੀਰ ਨੂੰ ਝਿੜਕਦਾ ਹੈ ਤਾਂ ਦੇਖੋ ਭੈਣ ਨਾਨਕੀ ਕਹਿੰਦੀ ਬਾਪੂ ਵੀਰ ਨੂੰ ਕੁਛ ਨਾ ਕੋ ਮੈਨੂੰ ਕਹਿ ਲਓ। ਜੇ ਰਿਸ਼ਤੇ ਦੀ ਗੱਲ ਹੈ ਤਾਂ ਭੈਣ ਨਾਨਕੀ ਵਿਚੋਲਣ ਹੈ। ਜੇ ਮੋਦੀ ਖਾਨੇ ਤੇ ਜੋਬ ਦੀ ਜ਼ਰੂਰਤ ਹੈ ਤਾਂ ਭਾਈ ਅਜੈ ਰਾਮ ਜੀ ਉੱਥੇ ਸਹਿਯੋਗ ਕਰ ਰਹੇ ਨੇ। ਜੇਕਰ ਵੀਰ ਪ੍ਰਚਾਰ ਵਾਸਤੇ ਚੱਲਿਆ ਤੇ ਰਬਾਬ ਭੈਣ ਨਾਨਕੀ ਖਰੀਦ ਕੇ ਦੇ ਦਈਏ, ਪੈਸੇ ਭੈਣ ਨਾਨਕੀ ਦਿੰਦੀ ਰਬਾਬ ਦੇ। ਜੇ 22-24 ਸਾਲ ਗੁਰੂ ਨਾਨਕ ਦੇਵ ਜੀ ਘਰੋਂ ਬਾਹਰ ਨੇ ਪ੍ਰਚਾਰਕ ਦੌਰਿਆਂ ਤੇ, ਤਾਂ ਆਪਣੇ ਮਾਂ-ਬਾਪ, ਸੱਸ ਸਹੁਰੇ ਨੂੰ, ਆਪਣੇ ਭਤੀਜਿਆਂ ਨੂੰ, ਭਰਜਾਈ ਨੂੰ ਕਿੰਨੇ ਪਿਆਰ ਦੇ ਨਾਲ ਸੰਭਾਲਦੀ ਭੈਣ ਨਾਨਕੀ। ਯਾਨੀ ਰੋਲ ਮਾਡਲ ਹੈ ਨਾ, ਆਪਣੇ ਭੈਣ ਵਾਲੇ ਫਰਜ਼ ਪੂਰੇ ਕਰਦੇ ਨੇ। ਬੇਟੀ ਦੇ ਕੀ ਫਰਜ਼ ਨੇ, ਭੈਣ ਦੇ ਕੀ ਫਰਜ਼ ਨੇ, ਚੰਗੀ ਪਤਨੀ ਦੇ ਕੀ ਫਰਜ਼ ਨੇ, ਮਾਂ ਦੇ, ਨੂੰਹ ਦੇ, ਸੱਸ ਦੇ ਸਾਰੇ ਫਰਜ਼ ਨੇ ਨਾ। ਇਹ ਔਰਤ ਦਾ ਧਰਮ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣ ਵਾਲੀ ਔਰਤ ਆਪਣੇ ਇਹਨਾਂ ਸਾਰੇ ਫਰਜ਼ਾਂ ਨੂੰ ਪੂਰਿਆ ਕਰਦੀ। ਤੇ ਬੰਦਾ ਬੇਟਾ ਹੈ ਨਾ, ਹੁਣ ਬੇਟੇ ਤੇ ਸਾਰਿਆਂ ਦੇ ਨੇ, ਪਰ ਸਾਰੇ ਬੇਟੇ ਚੰਗੇ ਨਹੀਂ ਨਾ ਹੁੰਦੇ। ਚੰਗੇ ਬੇਟੇ ਦੀ ਕੀ ਕੁਆਲਿਟੀਜ਼ ਨੇ। ਭਰਾ ਨੇ, ਹੁਣ ਭਰਾ ਸਾਰੇ ਚੰਗੇ ਨਹੀਂ ਹੁੰਦੇ, ਭਰਾ ਭਰਾਵਾਂ ਦੇ ਕਤਲ ਕਰ ਦਿੰਦੇ ਨੇ। ਚੰਗੇ ਭਰਾ ਦੇ ਕੀ ਫਰਜ਼ ਨੇ, ਚੰਗੇ ਪਤੀ ਦੇ ਕੀ ਫਰਜ਼ ਨੇ, ਚੰਗੇ ਸਹੁਰੇ ਦੇ, ਜਵਾਈ ਦੇ, ਚਾਚੇ ਦੇ, ਭਤੀਜੇ ਦੇ, ਮਾਮੇ ਦੇ, ਭਨੇਵੇਂ ਦੇ। ਯਾਨੀ ਬੰਦੇ ਦੇ ਇਹ ਸਾਰੇ ਰਿਸ਼ਤੇ ਨੇ। ਸੱਚ ਨੂੰ ਆਧਾਰ ਬਣਾ ਕੇ ਇਹਨਾਂ ਫਰਜ਼ਾਂ ਨੂੰ ਪੂਰੇ ਕਰਨਾ ਬੰਦੇ ਦਾ ਧਰਮ ਹੈ। ਜਿਹੜਾ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਹੈ, ਉਹ ਆਪਣੇ ਇਹਨਾਂ ਫਰਜ਼ਾਂ ਨੂੰ ਇਮਾਨਦਾਰੀ ਨਾਲ ਪੂਰਿਆਂ ਕਰਦਾ ਹੈ। ਹਾਂਜੀ, ਤੇ ਇਹ ਫਰਜ਼ ਇੱਥੇ ਨਹੀਂ ਮੁੱਕ ਜਾਂਦੇ। ਜਿੱਡਾ ਵੱਡਾ ਯੂਨੀਵਰਸ ਹੈ, ਓਡੇ ਵੱਡੇ ਹੀ ਸਾਡੇ ਫਰਜ਼ ਵੀ ਨੇ। ਹਵਾ ਲਈ ਕੀ ਫਰਜ਼ ਨੇ, ਪਾਣੀ ਲਈ ਕੀ ਫਰਜ਼ ਨੇ, ਧਰਤੀ ਲਈ ਕੀ ਫਰਜ਼ ਨੇ, ਵਨਸਪਤੀ ਵਾਸਤੇ, ਜੀਵ ਜੰਤੂਆਂ ਲਈ, ਅੜੋਸੀਆਂ ਪੜੋਸੀਆਂ ਲਈ, ਮਨੁੱਖਤਾ ਲਈ, ਪਸ਼ੂ ਪੰਛੀਆਂ ਲਈ ਸਾਡੇ ਕੀ ਫਰਜ਼ ਨੇ। ਉਹ ਆਪਣੇ ਸਾਰੇ ਫਰਜ਼ਾਂ ਨੂੰ ਦ੍ਰਿੜਤਾ ਦੇ ਨਾਲ ਨਿਭਾਉਂਦਾ ਹੈ। ਇਹਨੂੰ ਕਹਿੰਦੇ ਨੇ ਧਰਮ। ਸਾਧ ਕੇ ਸੰਗ ਦ੍ਰਿੜੈ ਸਭ ਧਰਮ। ਜਿੰਨੇ ਫਰਜ਼ ਨੇ, ਹੁਣ ਦੇਖੋ ਸਾਡੇ ਘਰਾਂ ਦੇ ਵਿੱਚ ਕਲ ਕਾਹਦੀ ਹੈ। ਮੈਂ ਆਪਣੀ ਘਰ ਵਾਲੀ ਨੂੰ ਕਹਿ ਰਿਹਾ ਕਿ ਮੇਰੇ ਹੱਕ ਨੇ, ਤੂੰ ਮੈਨੂੰ ਮੇਰੇ ਹੱਕ ਦੇ। ਮੈਂ ਆਪਣੇ ਹੱਕ ਮੰਗ ਰਿਹਾ ਔਰ ਹਕੀਕਤ ਹੈ ਮੇਰੇ ਹੱਕ ਮੈਨੂੰ ਮਿਲਣੇ ਵੀ ਚਾਹੀਦੇ ਨੇ। ਤੇ ਮੇਰੀ ਘਰ ਵਾਲੀ ਆਪਣੇ ਹੱਕ ਮੰਗਦੀ ਹੈ ਔਰ ਹਕੀਕਤ ਹੈ ਕਿ ਉਹਦੇ ਹੱਕ ਉਹਨੂੰ ਮਿਲਣੇ ਚਾਹੀਦੇ ਨੇ। ਤੇ ਹੱਕਾਂ ਦੀ ਲੜਾਈ ਹੈ। ਸਾਡੇ ਘਰ ਕਲੇਸ਼ ਪਿਆ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ। ਉਹ ਕਹਿੰਦੀ ਹੈ ਮੇਰੇ ਹੱਕ, ਮੈਂ ਕਹਿੰਦਾ ਮੇਰੇ ਹੱਕ ਮਿਲਣੇ ਵੀ ਚਾਹੀਦੇ ਨੇ। ਹੁਣ ਇਹ ਹਾਲ ਬਣਿਆ ਪਿਆ ਹੈ, ਤਾਂ ਇਹਦਾ ਹੱਲ ਕੀ ਹੈ? ਇਹਦਾ ਹੱਲ ਇੱਕੋ ਹੀ ਹੈ ਕਿ ਮੈਂ ਆਪਣੇ ਹੱਕ ਨਾ ਮੰਗਾ, ਮੈਂ ਇਮਾਨਦਾਰੀ ਦੇ ਨਾਲ ਜੋ ਪਤੀ ਵਾਲੇ ਫਰਜ਼ ਨੇ ਉਹਨਾਂ ਨੂੰ ਪੂਰਿਆ ਕਰਾਂ। ਤਾਂ ਜੋ ਮੇਰੇ ਪਤੀ ਵਾਲੇ ਫਰਜ਼ ਨੇ, ਉਹ ਮੇਰੀ ਪਤਨੀ ਦੇ ਹੱਕ ਨੇ, ਉਹਨੂੰ ਆਟੋਮੈਟਿਕਲੀ ਮਿਲ ਜਾਣਗੇ ਬਿਨਾਂ ਮੰਗਣ। ਮੇਰੀ ਘਰ ਵਾਲੀ
ਆਪਣੇ ਹੱਕ ਨਾ ਮੰਗੇ, ईमानदारी ਦੇ ਨਾਲ ਆਪਣੇ ਫਰਜ਼ ਪੂਰੇ ਕਰੇ। ਜੋ ਮੇਰੀ ਪਤਨੀ ਦੇ ਫਰਜ਼ ਨੇ ਉਹ ਮੇਰੇ ਹੱਕ ਨੇ, ਮੈਨੂੰ ਆਪੇ ਹੀ ਮਿਲ ਜਾਣਗੇ, ਕਲੇਸ਼ ਖਤਮ। ਤਾਂ ਇਸ ਦੁਨੀਆ ਵਿੱਚ ਹਰ ਬੰਦਾ ਆਪਣੇ ਰਾਈਟਸ ਮੰਗ ਰਿਹਾ ਹੈ, ਫਰਜ਼ਾਂ ਤੋਂ ਦੌੜ ਰਿਹਾ। ਤੇ ਜੇ ਰਾਈਟਸ ਦੀ ਬਜਾਏ ਹਰ ਬੰਦਾ ਆਪਣੇ ਆਪਣੇ ਫਰਜ਼ ਪੂਰੇ ਕਰੇ ਤਾਂ ਦੂਜਿਆਂ ਨੂੰ ਹੱਕ ਆਪੇ ਮਿਲ ਜਾਣਗੇ। ਜਿਹੜਾ ਉਮਰ ਵਿੱਚ ਵੱਡਾ ਹੈ ਉਹ ਆਪਣਾ ਫਰਜ਼ ਪੂਰਾ ਕਰੇ ਕਿ ਛੋਟੇ ਦੇ ਨਾਲ ਉਹਨੇ ਸਨੇਹ ਕਰਨਾ ਹੈ, ਬਰਾਬਰ ਵਾਲੇ ਦੇ ਨਾਲ ਉਹਨੇ ਪਿਆਰ ਕਰਨਾ ਹੈ। ਤੇ ਜਿਹੜਾ ਛੋਟਾ ਬੰਦਾ ਹੈ ਉਹ ਆਪਣਾ ਫਰਜ਼ ਪੂਰਾ ਕਰੇ ਕਿ ਵੱਡੇ ਦਾ ਸਤਿਕਾਰ ਕਰਨਾ ਹੈ, ਛੋਟੇ ਦੇ ਨਾਲ ਸਨੇਹ ਕਰਨਾ ਹੈ, ਹਮ ਉਮਰ ਨਾਲ ਪਿਆਰ ਕਰਨਾ ਹੈ, ਵੱਡੇ ਦਾ ਸਤਿਕਾਰ ਕਰਨਾ ਹੈ। ਜੇ ਹਰ ਇਸਤਰੀ ਪੁਰਸ਼ ਆਪਣੇ ਇਹਨਾਂ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਏ ਤੇ ਦੱਸੋ ਕੀ ਕਲੇਸ਼ ਹੈ, ਕਾਹਦਾ ਦੁੱਖ ਹੈ। ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਇਸ ਕਰਕੇ ਨੇ ਕਿ ਬੰਦਾ ਆਪਣੇ ਫਰਜ਼ਾਂ ਤੋਂ ਦੌੜ ਰਿਹਾ ਹੈ। ਮਾਲਾ ਫੇਰੀ ਜਾ ਰਹੇ ਹਾਂ, ਤੀਰਥਾਂ ਤੇ ਨਹਾਈ ਜਾ ਰਹੇ ਹਾਂ, ਸਰਾਧ ਕਰੀ ਜਾ ਰਹੇ ਹਾਂ, ਲੇਕਿਨ ਜਿਉਂਦੇ ਮਾਂ-ਬਾਪ ਨੂੰ ਰੋਟੀ ਨਹੀਂ ਖਵਾ ਰਹੇ। ਜੇ ਜਿਉਂਦਿਆਂ ਦੀ ਸੇਵਾ ਕਰੋ ਤੁਸੀਂ ਬਜ਼ੁਰਗਾਂ ਦੇ ਕੋਲ ਘੜੀ ਪਲ ਬੈਠੋ, ਉਹਨਾਂ ਦੀ ਗੱਲਬਾਤ ਸੁਣੋ, ਉਹਨਾਂ ਦਾ ਆਦਰ ਸਤਿਕਾਰ ਕਰੋ, ਮਰਨ ਤੋਂ ਬਾਅਦ ਸਰਾਧ ਨਾ ਕਰਾਇਓ, ਜਿਉਂਦਿਆਂ ਨੂੰ ਰੋਟੀਆਂ ਖਵਾਓ, ਜਿਉਂਦਿਆਂ ਨਾਲ ਪਿਆਰ ਕਰੋ, ਜਿਉਂਦਿਆਂ ਦਾ ਸਤਿਕਾਰ ਕਰੋ। ਮਰਨ ਤੋਂ ਬਾਅਦ ਵੀ ਤੇ ਫੇਸਬੁੱਕ ਦੇ ਉੱਤੇ ਸਟੇਟਸ ਪਾਓਗੇ ਆਈ ਮਿਸ ਯੂ, ਤੇ ਇਹਦੇ ਨਾਲੋਂ ਚੰਗਾ ਨਹੀਂ ਵੀ ਜਿਉਂਦਿਆਂ ਨੂੰ ਕਹੋ ਆਈ ਵਿਦ ਯੂ, ਮੈਂ ਤੁਹਾਡੇ ਨਾਲ ਹਾਂ। ਮਰਨ ਤੋਂ ਬਾਅਦ ਵੀ ਤੇ ਸਿਫਤਾਂ ਕਰਨੀਆਂ ਨੇ, ਬੜਾ ਚੰਗਾ ਹੁੰਦਾ ਸੀ, ਵਾਹਿਗੁਰੂ ਲੈ ਗਿਆ, ਇਹ ਉਹ ਜੋ ਵੀ ਸੀ ਕਹਿਣਾ ਹੈ। ਤੇ ਇਹ ਗੱਲ ਜਿਉਂਦਿਆਂ ਕਹਿ ਦੋ ਕਿਸੇ ਨੂੰ ਕਿ ਯਾਰ ਤੂੰ ਬੜਾ ਚੰਗਾ ਹੈ, ਮੈਂ ਤੇਰੇ ਨਾਲ ਪਿਆਰ ਕਰਨਾ ਵਾ, ਪਰ ਜਿਉਂਦਿਆਂ ਨੂੰ ਬੰਦਾ ਨਹੀਂ ਕਹਿ ਰਿਹਾ ਨਾ। ਤਾਂ ਗੁਰੂ ਸਾਨੂੰ ਫਰਜ਼ ਨਿਸ਼ਚਿਤ ਕਰਾਉਂਦਾ ਹੈ ਕਿ ਤੁਹਾਡੇ ਫਰਜ਼ ਕੀ ਨੇ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਤਾਂ ਉਹ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਦਾ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਦੇ ਨਾਲ ਕੇਵਲ ਸਭ ਥਾਵਾਂ ਦੇ ਉੱਤੇ ਪ੍ਰਭੂ ਪਰਮਾਤਮਾ ਨੂੰ ਹੀ ਹਰ ਥਾਂ ਦੇ ਉੱਤੇ ਵੇਖਦਾ ਹੈ, ਹਰ ਇੱਕ ਦੇ ਅੰਦਰ ਰੱਬ ਨੂੰ ਵਿੰਦਾ ਹੈ, ਕੇਵਲ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ, ਰੱਬੀ ਗੁਣਾਂ ਦੇ ਨਾਲ ਜੁੜਦਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ, ਉਹਦਾ ਮੜੀਆਂ ਮਸਾਨਾਂ ਨਾਲ ਕੋਈ ਸੰਬੰਧ ਨਹੀਂ, ਦੇਵੀਆਂ ਦੇਵਤਾਂ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ, ਵਰਤ ਨਰਾਤੇ ਸਰਾਧਾਂ ਦੇ ਨਾਲ ਉਹਦਾ ਕੋਈ ਨਾਤਾ ਨਹੀਂ ਹੈ, ਤੀਰਥ ਇਸ਼ਨਾਨ ਤੇ ਸੰਸਾਰ ਨੂੰ ਛੱਡ ਕੇ ਦੌੜਨ ਵਿੱਚ ਉਹਦਾ ਕੋਈ ਸੰਬੰਧ ਨਹੀਂ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣ ਵਾਲਾ ਬੰਦਾ ਹਰ ਥਾਂ ਤੇ ਰੱਬ ਨੂੰ ਵੇਖਦਾ ਹੈ, ਹਰ ਇੱਕ ਦੇ ਵਿੱਚ ਰੱਬ ਨੂੰ ਵੇਖਦਾ ਹੈ, ਹਰ ਵਕਤ ਰੱਬੀ ਰਜ਼ਾ ਵਿੱਚ ਤੁਰਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ। ਹੁਣ ਐਸੀ ਜ਼ਿੰਦਗੀ ਅਸੀਂ ਹਰ ਥਾਂ ਤੇ ਜੀ ਸਕਦੇ ਹਾਂ, ਇਹ ਪੋਸੀਬਿਲਿਟੀ ਹੈ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਮ ਨਿਧਾਨ ਦਾ ਮਤਲਬ ਨਾਮ ਦਾ ਖਜ਼ਾਨਾ, ਤੇ ਖਜ਼ਾਨਾ ਨਾਮ ਦਾ ਮਤਲਬ ਹੁਕਮ। ਤੇ ਜਿਹੜਾ ਬੰਦਾ ਰੱਬੀ ਹੁਕਮ ਵਿੱਚ ਤੁਰੇਗਾ ਉਹ ਖਜ਼ਾਨਾ ਲੱਭ ਲਏਗਾ। ਤੇ ਉਹ ਖਜ਼ਾਨਾ ਕਾਹਦਾ ਹੈ? ਸੁੱਖਾਂ ਦਾ ਖਜ਼ਾਨਾ ਹੈ, ਗੁਣਾਂ ਦਾ। ਦੋ ਤਰ੍ਹਾਂ ਦੇ ਖਜ਼ਾਨੇ ਨੇ, ਖਜ਼ਾਨਾ ਹਰ ਬੰਦੇ ਦੇ ਕੋਲ ਹੈ। ਇੱਕ ਤੇ ਉਹ ਹੈ ਜਿਨਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਦਾਜ, ਦਹੇਜ, ਲੜਾਈ, ਦੰਗੇ, ਫਸਾਦ, ਇਹ ਖਜ਼ਾਨੇ ਭਰੇ ਨੇ। ਦੂਜਾ ਬੰਦਾ ਹੈ, ਉਹਨੇ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ ਦੇ ਖਜ਼ਾਨੇ ਭਰੇ ਨੇ। ਖਜ਼ਾਨੇ ਦੋਵਾਂ ਕੋਲ ਨੇ। ਹੁਣ ਬੰਦਾ ਕਿਹੜਾ ਖਜ਼ਾਨਾ ਇਕੱਠਾ ਕਰਨਾ ਚਾਹੇਗਾ? ਇੱਕ ਖਜ਼ਾਨੇ ਦੇ ਨਾਲ ਸੁੱਖ ਪੈਦਾ ਹੋਣੇ ਨੇ, ਦੂਜੇ ਦੇ ਨਾਲ ਦੁੱਖ ਪੈਦਾ ਹੋਣੇ ਨੇ। ਚੁਆਇਸ ਸਾਡੀ ਆਪਣੀ ਹੈ, ਮੇਰੀ ਚੁਆਇਸ ਹੈ ਆਪਣੀ ਕਿ ਮੈਂ ਕਿਹੜਾ ਖਜ਼ਾਨਾ। ਜੇ ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਾਂ ਤਾਂ ਮੇਰੇ ਅੰਦਰ ਗੁਣਾਂ ਦਾ ਖਜ਼ਾਨਾ ਇਕੱਠਾ ਹੋ ਜਾਏਗਾ, ਆਟੋਮੈਟਿਕਲੀ ਹੋਏਗਾ। ਤੇ ਉਹਨਾਂ ਗੁਣਾਂ ਦੇ ਖਜ਼ਾਨੇ ਚੋਂ ਮੇਰੀ ਜ਼ਿੰਦਗੀ ਦੇ ਅੰਦਰ ਕੀ ਪੈਦਾ ਹੋਏਗਾ? ਸੁੱਖ, ਆਨੰਦ, ਖੇੜਾ। ਤੇ ਜੇ ਮੈਂ ਗੁਰਮਤ ਤੋਂ ਉਲਟ ਕੰਮ ਕਰਾਂ ਤਾਂ ਮੇਰੀ ਜ਼ਿੰਦਗੀ ਵਿੱਚ ਔਗਣਾਂ ਦਾ, ਅੰਧ ਵਿਸ਼ਵਾਸਾਂ ਦਾ ਖਜ਼ਾਨਾ ਇਕੱਠਾ ਹੋ ਜਾਣਾ ਹੈ।
ਤੇ ਔਗਣਾਂ ਨਾਲ ਤੇ ਅੰਧ ਵਿਸ਼ਵਾਸਾਂ ਦੇ ਨਾਲ ਕੀ ਮਿਲੇਗਾ? ਦੁੱਖ। ਤਾਂ ਦੇਖੋ ਕਿੰਨਾ ਸਿੰਪਲ ਸਾਧਨ ਹੈ, ਕਿੰਨਾ ਸੌਖਾ ਸਾਧਨ ਹੈ, ਕਿੰਨੇ ਪਿਆਰ ਨਾਲ ਸੌਖੇ ਸਾਧਨ ਨਾਲ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ ਉਹ ਗੁਣਾਂ ਦਾ ਖਜ਼ਾਨਾ ਇਕੱਠਾ ਕਰ ਲੈਂਦਾ ਹੈ ਔਰ ਗੁਣਾਂ ਦੇ ਖਜ਼ਾਨੇ ਰਾਹੀਂ ਉਹ ਸੁੱਖ ਪਾ ਲੈਂਦਾ ਹੈ। ਉਹਦੀ ਜ਼ਿੰਦਗੀ ਵਿੱਚ ਅਸੀਮ ਸੁੱਖ ਆ ਜਾਂਦੇ ਨੇ। ਨਾਨਕ ਸਾਧੂ ਕੈ ਕੁਰਬਾਨ, ਇਸ ਲਈ ਗੁਰੂ ਜੀ ਕਹਿੰਦੇ ਨੇ ਮੈਂ ਗੁਰੂ ਤੋਂ ਕੁਰਬਾਨ ਹਾਂ। ਗੁਰੂ ਤੋਂ ਵਾਰਨੇ ਸਦਕੇ ਜਾਣਾ। ਗੁਰੂ ਤੋਂ ਵਾਰਨੇ ਸਦਕੇ ਜਾਣ ਦਾ ਮਤਲਬ ਹੈ ਕਿ ਮੈਂ ਗੁਰੂ ਅੱਗੇ ਸਰੈਂਡਰ ਹਾਂ, ਗੁਰੂ ਅੱਗੇ ਮੈਂ ਸਮਰਪਣ ਕਰਦਾ ਹਾਂ, ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹਾਂ, ਗੁਰੂ ਦੇ ਆਸ਼ੇ ਅਨੁਸਾਰ ਹਰ ਕਰਮ ਕਰ ਰਿਹਾ ਹਾਂ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਮੈਂ ਅਪਣਾਉਂਦਾ ਹਾਂ। ਕਿਉਂ? ਕਿਉਂਕਿ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਬੰਦਾ ਸੁਖ ਸ਼ਾਂਤੀ ਪਾ ਸਕਦਾ ਹੈ, ਗੁਰੂ ਗਿਆਨ ਮੁਤਾਬਕ ਜੀਵਨ ਜੀ ਕੇ। ਸਾਧ ਕੇ ਸੰਗ ਸਭ ਕੁਲ ਉਧਾਰੇ। ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਦੇ ਨਾਲ ਮਨੁੱਖ ਆਪਣੀਆਂ ਕੁੱਲਾਂ ਨੂੰ ਵੀ ਵਿਕਾਰਾਂ ਤੋਂ ਬਚਾ ਲੈਂਦਾ ਹੈ। ਕਿਉਂਕਿ ਦੇਖੋ ਹੁਣ ਮੈਂ ਮੰਨ ਲਓ ਮੜੀਆਂ ਤੇ ਮੱਥਾ ਟੇਕਣ ਜਾਂਦਾ ਹਾਂ, ਕਬਰਾਂ ਤੇ ਜਾਂਦਾ, ਤੀਰਥਾਂ ਤੇ ਜਾਂਦਾ ਹਾਂ, ਵਰਤ ਨਰਾਤੇ ਕਰਦਾ ਹਾਂ, ਤਾਂ ਮੇਰੇ ਬੱਚੇ ਕੀ ਕਰਨਗੇ? ਉਹ ਵੀ ਇਹੀ ਕਰਨਗੇ ਨਾ। ਜਦੋਂ ਬੱਚੇ ਵੱਡੇ ਹੋ ਕੇ ਬਦਲ ਜਾਣ ਗੱਲ ਵੱਖਰੀ, ਪਰ ਛੋਟੇ ਬੱਚਿਆਂ ਨੂੰ ਤੇ ਮੈਂ ਫਿਰ ਨਾਲ ਲੈ ਜਾਵਾਂਗਾ ਨਾ ਵੀ ਚਲੋ ਆਓ ਬੇਟਾ ਪੀਰ ਤੇ ਮੱਥਾ ਟੇਕਣ ਚਲੀਏ, ਅੱਜ ਫਲਾਣੇ ਪੀਰ ਦੇ ਉੱਤੇ ਰੋਟ ਚੜਾ ਕੇ ਆਉਣਾ ਹੈ, ਅੱਜ ਦੋਤਾਂ ਜਗਾਣੀਆਂ ਨੇ, ਅੱਜ ਸਰਾਧ ਕਰਨਾ ਹੈ, ਅੱਜ ਨਰਾਤੇ ਕਰਨੇ ਨੇ। ਇਹ ਮਨਮਤਾਂ ਕਿਉਂ ਫੈਲੀਆਂ, ਸਾਡੇ ਵਿੱਚ ਕਿਉਂ ਆ ਗਈਆਂ? ਕਿਉਂਕਿ ਅਸੀਂ ਵੱਡਿਆਂ ਵਡੇਰਿਆਂ ਨੂੰ ਇਹ ਕੁਛ ਕਰਦਿਆਂ ਵੇਖਿਆ। ਅਸੀਂ ਗੁਰੂ ਦੀ ਬਾਣੀ ਨੂੰ ਨਹੀਂ ਪੜ੍ਹਿਆ, ਗੁਰਬਾਣੀ ਨੂੰ ਆਪ ਨਹੀਂ ਵਿਚਾਰਿਆ। ਜੋ ਅਸੀਂ ਆਸਿਓਂ ਪਾਸਿਓਂ ਵੇਖਿਆ, ਅਖਬਾਰਾਂ ਵਿੱਚ ਪੜ੍ਹਿਆ, ਫਿਲਮਾਂ ਵਿੱਚ ਦੇਖਿਆ, ਰੇਡੀਓ ਤੇ ਸੁਣਿਆ, ਬਾਬਿਆਂ ਤੋਂ ਪ੍ਰਚਾਰਕਾਂ ਤੋਂ ਸੁਣਿਆ, ਜਾਂ ਅਸੀਂ ਆਪਣੇ ਮਾਂ-ਬਾਪ ਤੋਂ, ਭੈਣਾਂ ਭਰਾਵਾਂ ਤੋਂ, ਦਾ ਸਮਾਜ ਵਿੱਚ ਇਹ ਸਾਰਾ ਕੁਛ ਹੁੰਦਿਆਂ ਵੇਖਿਆ, ਉਹ ਸਾਡੇ ਵਿੱਚ ਵੀ ਆ ਗਿਆ। ਸਾਡੇ ਵਿੱਚ ਵੀ ਚੀਜ਼ਾਂ ਆ ਗਈਆਂ ਨਾ। ਹੁਣ ਹੈਰਾਨਗੀ ਉਦੋਂ ਹੁੰਦੀ ਹੈ ਜਦੋਂ ਵਿਗਿਆਨ ਸਾਇੰਸ ਪੜ੍ਹਾਉਣ ਵਾਲੀਆਂ ਅਧਿਆਪਕਾਵਾਂ ਕਰਵਾ ਚੌਥ ਦਾ ਵਰਤ ਰੱਖ ਰਹੀਆਂ ਹੁੰਦੀਆਂ ਨੇ। ਉਦੋਂ ਨਿਰਾਸ਼ਾ ਹੁੰਦੀ ਹੈ ਜਦੋਂ ਕੋਈ ਵਿਗਿਆਨਿਕ ਆਕਾਸ਼ ਵੱਲ ਨੂੰ ਛੱਡਣ ਵਾਲੇ ਰਾਕਟ ਦੇ ਨਾਲ ਮਿਰਚਾਂ ਤੇ ਨਿੰਬੂ ਬੰਨੇ, ਤਾਂ ਪ੍ਰੋਬਲਮ ਤਾਂ ਕ੍ਰੀਏਟ ਹੋਏਗੀ ਨਾ। ਉਹਦੇ ਵੱਲ ਵੇਖ ਕੇ ਸਾਡੀ ਜ਼ਿੰਦਗੀ ਵਿੱਚ ਵੀ ਐਸਾ ਕੁਝ ਹੋਏਗਾ ਨਾ, ਜਿੱਥੇ ਅੰਧ ਵਿਸ਼ਵਾਸ ਅਸੀਂ ਉਹਨਾਂ ਲੋਕਾਂ ਤੋਂ ਵੇਖਾਂਗੇ ਤਾਂ ਸਾਡੇ ਜੀਵਨ ਵਿੱਚ ਐਸਾ ਹੋਏਗਾ। ਲੇਕਿਨ ਜੇ ਕੋਈ ਸੱਚ ਬੋਲਦਾ ਹੈ, ਚੰਗੇ ਕਰਮ ਕਰਦਾ ਹੈ, ਮੰਨ ਲਓ ਹੁਣ ਮੈਂ ਗੁਰਦੁਆਰਾ ਸਾਹਿਬ ਜਾਂਦਾ ਹਾਂ, ਬਾਣੀ ਪੜ੍ਹਦਾ ਹਾਂ, ਤਾਂ ਮੈਂ ਆਪਣੇ ਬੱਚੇ ਨੂੰ ਵੀ ਨਾਲ ਲੈ ਕੇ ਜਾਵਾਂਗਾ, ਆਓ ਬੇਟਾ ਗੁਰਦੁਆਰਾ ਸਾਹਿਬ ਚਲੀਏ, ਬੇਟੇ ਬਾਣੀ ਪੜ੍ਹੀਏ, ਗੁਰਬਾਣੀ ਵਿੱਚ ਇਹ ਲਿਖਿਆ ਹੈ, ਸਾਨੂੰ ਇਸ ਤਰ੍ਹਾਂ ਜ਼ਿੰਦਗੀ ਜੀਣੀ ਚਾਹੀਦੀ ਹੈ। ਤਾਂ ਇਹਦਾ ਮਤਲਬ ਵੀ ਮੈਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਵਿੱਚ ਵੀ ਸੱਚ ਜਾਂ ਅੰਧ ਵਿਸ਼ਵਾਸ ਕੁਛ ਨਾ ਕੁਛ ਫੈਲਾਵਾਂਗਾ ਨਾ। ਸਾਡੇ ਵਿਚਾਰ ਐਵੇਂ ਨਹੀਂ ਜਾਂਦੇ, ਇਹ ਸਮਾਜ ਤੇ ਪ੍ਰਭਾਵ ਪਾਉਂਦੇ ਨੇ। ਤੁਹਾਡੇ ਬੋਲੇ ਹੋਏ ਇੱਕ ਬੋਲ ਦੇ ਉੱਤੇ ਕੋਈ ਬੰਦਾ ਵਿਸ਼ਵਾਸ ਕਰ ਸਕਦਾ ਹੈ, ਤੁਸੀਂ ਕਿਸੇ ਤੇ ਵਿਸ਼ਵਾਸ ਕਰਦੇ ਹੋ। ਇਸ ਲਈ ਜੇਕਰ ਚੰਗੇ ਬੋਲ ਬੋਲੇ ਜਾਣ, ਸਕਾਰਾਤਮਕ ਕੰਮ ਕੀਤੇ ਜਾਣ, ਤਾਂ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਕੁੱਲਾਂ ਨੇ ਉਹਨਾਂ ਦਾ ਪਾਰ ਉਤਾਰਾ ਹੋ ਸਕਦਾ ਹੈ। ਸਾਡੇ ਜੋ ਬੱਚੇ ਨੇ ਇਹਨਾਂ ਨੇ ਆਉਣ ਵਾਲੇ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ ਬਣਨਾ ਹੈ। ਇਹਨਾਂ ਨੇ ਸਮਾਜ ਦੇ ਕਰਮਧਾਰ ਬਣਨਾ ਹੈ। ਇਹਨਾਂ ਨੇ MLA, MP, ਪ੍ਰਧਾਨ ਮੰਤਰੀ, ਰਾਸ਼ਟਰਪਤੀ ਬਣਨਾ ਹੈ। ਇਹਨਾਂ ਨੇ ਆਉਣ ਵਾਲੇ ਮਾਤਾ ਪਿਤਾ ਔਰ ਚਾਚੇ ਤਾਏ ਬਣਨਾ ਹੈ। ਇਹਨਾਂ ਨੇ ਸਮਾਜ ਸਿਰਜਣਾ ਹੈ। ਤੇ ਜੇ ਅਸੀਂ ਚੰਗਾ ਮਾਹੌਲ ਪੈਦਾ ਕਰ ਲਈਏ ਤਾਂ ਆਉਣ ਵਾਲਾ ਸਾਡਾ ਸਮਾਜ ਬਦਲ ਜਾਏਗਾ। ਇਸੇ ਨੂੰ ਕਹਿੰਦੇ ਨੇ ਸਾਰੀਆਂ ਕੁੱਲਾਂ ਦਾ ਉਧਾਰ ਕਰਨਾ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਆਪਣੇ ਸੱਜਣਾ ਮਿੱਤਰਾਂ ਔਰ ਆਪਣੇ ਪਰਿਵਾਰ ਨੂੰ ਵੀ ਵਿਕਾਰਾਂ ਤੋਂ ਬਚਾਉਣ ਦਾ ਯਤਨ ਕਰਦਾ। ਕਿਉਂਕਿ ਜਦੋਂ ਸਾਡੇ ਸੱਜਣ ਮਿੱਤਰ ਨੇ ਨਾ ਦੋ ਕਿਸਮ ਦੇ, ਇੱਕ ਸੱਜਣ ਮਿੱਤਰ ਕਹਿੰਦਾ ਹੈ ਵੀ ਖੁਸ਼ੀ ਦਾ ਤੁਸੀਂ ਕਾਰ ਲਈ ਹੈ, ਵਧਾਈ ਹੋਏ, ਕੰਗ੍ਰੈਚੁਲੇਸ਼ਨਸ, ਤੇ ਪਾਰਟੀ ਹਾਂਜੀ ਦੱਸੋ ਕੀ ਚੱਲ ਠੇਕੇ ਤੇ। ਦੂਜੇ ਬੰਦੇ ਨੇ ਕੰਗ੍ਰੈਚੁਲੇਸ਼ਨਸ ਦਿੱਤੀ ਤੇ ਉਹ ਕਹਿੰਦਾ ਵੀ ਵਧਾਈ ਹੋਵੇ,
ਤੇ ਪਾਰਟੀ ਤੇ ਚੱਲ ਆ ਯਾਰ ਗੁਰਦੁਆਰਾ ਸਾਹਿਬ ਚੱਲਦੇ ਆ, ਕੜਾਹ ਪ੍ਰਸ਼ਾਦ ਦੇਖ ਕਰਾਉਂਦੇ ਆ, ਜਾਂ ਉੱਥੇ ਮੱਥਾ ਟੇਕ ਆਉਂਦੇ ਆ, ਕੀਰਤਨ ਸੁਣ ਆਉਂਦੇ ਆ, ਜਾਂ ਕੁਛ ਹੋਰ ਐਸਾ। ਘਰ ਵਿੱਚ ਬੈਠ ਕੇ ਗੁਰਬਾਣੀ ਦਾ ਪਾਠ ਕਰ ਲੈਂਦੇ ਆ, ਜਾਂ ਕੋਈ ਗੁਰਬਾਣੀ ਦੀ ਵਿਚਾਰ ਕਰ ਲੈਂਦੇ ਆ, ਜਾਂ ਘਰ ਬੈਠ ਕੇ ਲੰਗਰ ਪ੍ਰਸ਼ਾਦਾ ਛਕ ਲੈਂਦੇ ਆ। ਯਾਨੀ ਦੋ ਤਰ੍ਹਾਂ ਦੇ ਲੋਕ ਨੇ। ਇੱਕ ਮਿੱਤਰ ਕਹਿੰਦਾ ਠੇਕੇ ਤੇ ਚੱਲੀਏ, ਇੱਕ ਮਿੱਤਰ ਕਹਿੰਦਾ ਗੁਰਦੁਆਰਾ ਸਾਹਿਬ ਚੱਲੀਏ। ਤਾਂ ਇਹਨਾਂ ਵਿੱਚੋਂ ਹੁਣ ਤਾਰਨ ਵਾਲਾ ਕਿਹੜਾ ਹੈ, ਗੁਰਦੁਆਰੇ ਵਾਲਾ ਕਿ ਠੇਕੇ ਵਾਲਾ? ਗੁਰਦੁਆਰੇ ਵਾਲਾ ਨਾ। ਤਾਂ ਇਸ ਤਰ੍ਹਾਂ ਜਿਹੜਾ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਵਿਚਰਨ ਵਾਲਾ ਹੈ, ਉਹ ਦੂਜੇ ਨੂੰ ਵੀ ਸਲਾਹ ਦੇਵੇਗਾ ਵੀ ਪਿਆਰਿਆ ਸੱਚ ਬੋਲਿਆ ਕਰ ਯਾਰ, ਅੰਮ੍ਰਿਤ ਛਕੋ ਯਾਰ, ਤੁਸੀਂ ਵਿਵਾਦ ਨਾ, ਐਵੇਂ ਅਮੜੀਆਂ ਕਬਰਾਂ ਵੱਲ ਨਾ ਜਾਓ, ਗੁਰਬਾਣੀ ਪੜ੍ਹੋ, ਤੁਸੀਂ ਪਿਆਰ ਦੇ ਨਾਲ ਰਹੋ। ਉਹ ਆਪਣੇ ਸੱਜਣਾ ਮਿੱਤਰਾਂ ਨੂੰ, ਪਰਿਵਾਰ ਵਾਲਿਆਂ ਨੂੰ ਹੀ ਵਿਕਾਰਾਂ ਤੋਂ ਬਚਾਉਂਦਾ ਹੈ, ਔਰ ਇਹ ਸਾਡਾ ਫਰਜ਼ ਵੀ ਬਣਦਾ। ਸਾਧੂ ਕੈ ਸੰਗ ਸੋ ਧਨ ਪਾਵੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚੋਂ ਉਹ ਇੱਕ ਮਹਾਨ ਦੌਲਤ ਲੱਭ ਲੈਂਦਾ ਹੈ। ਤੇ ਉਹ ਦੌਲਤ ਕਿਹੜੀ ਹੈ? ਜਿਸ ਧਨ ਤੇ ਸਭ ਕੋ ਵਰਸਾਵੇ, ਜਿਸ ਧਨ ਦੇ ਮਿਲਣ ਕਰਕੇ ਹਰ ਮਨੁੱਖ ਨਾਮਣੇ ਵਾਲਾ ਹੋ ਜਾਂਦਾ। ਵਰਸਾਵੇ ਦਾ ਮਤਲਬ ਹਰ ਕੋਈ ਲਾਭ ਉਠਾਉਂਦਾ ਹੈ। ਤੇ ਉਹ ਦੌਲਤ ਕਿਹੜੀ ਹੈ? ਸੱਚ ਦੀ ਦੌਲਤ, ਗੁਣਾਂ ਦੀ ਦੌਲਤ, ਜੀਵਨ ਦੇ ਢੰਗ ਦੀ ਦੌਲਤ। ਜ਼ਿੰਦਗੀ ਜੀਣ ਦਾ ਢੰਗ ਹੀ ਹੈ ਨਾ, ਜਿਹਦੇ ਨਾਲ ਸਾਡੇ ਜੀਵਨ ਵਿੱਚ ਸੁੱਖ ਦੁੱਖ ਮਾਨ ਅਪਮਾਨ ਪੈਦਾ ਹੁੰਦਾ ਹੈ। ਤੇ ਸਭ ਤੋਂ ਵੱਡੀ ਦੌਲਤ ਹੈ ਸੱਚੇ ਆਚਰਣ ਦੀ, ਸੱਚੀ ਕਰਨੀ ਦੀ। ਔਰ ਇਸ ਦੌਲਤ ਦੇ ਨਾਲ ਹਰ ਕੋਈ ਲਾਭ ਉਠਾ ਸਕਦਾ ਹੈ। ਇਸ ਦੌਲਤ ਦੇ ਨਾਲ ਹਰ ਬੰਦਾ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਇਸ ਸੱਚ ਦੀ ਦੌਲਤ ਦੇ ਨਾਲ ਸਾਰਾ ਸਾਡਾ ਸਮਾਜ, ਸਾਡਾ ਸੰਸਾਰ, ਇਹ ਆਪਣੀਆਂ ਸਾਰੀਆਂ ਪ੍ਰੋਬਲਮਸ ਨੂੰ ਸੋਲਵ ਕਰ ਸਕਦਾ ਹੈ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਤੇ। ਇਸ ਲਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚੋਂ ਸਾਨੂੰ ਵੇ ਆਫ ਲਾਈਫ ਮਿਲੇਗਾ, ਸੱਚੀ ਦੌਲਤ ਮਿਲੇਗੀ। ਔਰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਣ ਵਾਲਾ ਬੰਦਾ ਇਸ ਸੱਚ ਦੀ, ਗੁਣਾਂ ਦੀ ਦੌਲਤ ਨੂੰ ਪਾ ਲੈਂਦਾ ਹੈ, ਜਿਹਦੇ ਨਾਲ ਹਰ ਕੋਈ ਫਿਰ ਉਹਦੇ ਤੋਂ ਲਾਭ ਉਠਾਉਂਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ। ਇਹਦੇ ਦੋ ਮੀਨਿੰਗ ਕੀਤੇ ਨੇ ਕਿ ਜੋ ਧਰਮਰਾਜ ਹੈ ਆਮ ਬੰਦਿਆਂ ਨੂੰ ਡੰਨ ਲਾਉਂਦਾ ਹੈ ਤੇ ਦੂਜੇ ਦੀ ਜੋ ਹੈ ਸੇਵਾ ਕਰਦਾ ਹੈ। ਪਰ ਇੱਥੇ ਸਮਝਣ ਵਾਲੀ ਗੱਲ ਇਹ ਹੈ, ਧਰਮ ਰਾਏ ਕਹਿੰਦੇ ਨੇ ਜਿਹੜਾ ਧਰਮ ਦਾ ਬਾਦਸ਼ਾਹ ਹੈ, ਧਰਮ ਦਾ ਮਾਲਕ, ਰੱਬ। ਕਰੇ ਸੇਵਾ ਦਾ ਮਤਲਬ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਵਾਲਾ ਬੰਦਾ ਹੈ, ਉਹ ਰੱਬ ਦੀ ਸੇਵਾ ਕਰਦਾ ਹੈ। ਉਹ ਰੱਬ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ, ਰੱਬ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ। ਤੇ ਸੇਵਾ ਦਾ ਮਤਲਬ ਮਾਣ ਵੀ ਹੈ, ਉਹਨੂੰ ਰੱਬ ਦੇ ਚਰਨਾਂ ਚੋਂ ਮਾਣ ਮਿਲਦਾ ਹੈ। ਯਾਨੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਣ ਵਾਲਾ ਬੰਦਾ ਰੱਬ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ, ਰੱਬੀ ਹੁਕਮ ਦੇ ਅੰਦਰ ਚੱਲਦਾ ਹੈ। ਤੇ ਰੱਬੀ ਹੁਕਮ ਵਿੱਚ ਚੱਲਣ ਦੇ ਨਾਲ ਕੀ ਮਿਲਦਾ ਹੈ? ਸਾਧ ਕੇ ਸੰਗ ਸ਼ੋਭਾ ਸੁਰਦੇਵਾ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜ਼ਿੰਦਗੀ ਜੀਂਦਾ ਹੈ ਨਾ, ਉਹਦੇ ਦੇਵਤੇ ਆਦਿ ਵੀ ਉਹਦੀ ਸ਼ੋਭਾ ਕਰਦੇ ਨੇ, ਉਹਨੂੰ ਮਹਾਨ ਕਹਿੰਦੇ ਨੇ। ਯਾਨੀ ਉਹ ਦੇਵਤਿਆਂ ਦੇ ਨਾਲੋਂ ਵੀ ਮਹਾਨ ਹੈ ਜਿਹੜਾ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਰੱਬੀ ਸ਼ਰਨ ਵਿੱਚ ਰਹਿ ਰਿਹਾ ਹੈ। ਦੇਵਤੇ ਵੀ ਉਹਦੀ ਸ਼ੋਭਾ ਕਰਦੇ ਨੇ, ਭਾਵ ਕਿ ਉਹ ਦੇਵੀਆਂ ਦੇਵਤਿਆਂ ਦੇ ਨਾਲੋਂ ਮਹਾਨ ਹੈ ਬੰਦਾ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਇਸ ਸੰਸਾਰ ਦੇ ਹਰ ਜੀਵ ਦੇ ਅੰਦਰ ਰੱਬ ਨੂੰ ਵੇਖ ਕੇ ਆਪਣੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ। ਉਹ ਦੇਵੀਆਂ ਦੇਵਤਿਆਂ ਨਾਲੋਂ ਵੀ ਮਹਾਨ ਹੈ, ਦੇਵਤੇ ਵੀ ਉਹਦੀ ਸ਼ੋਭਾ ਕਰਦੇ ਨੇ, ਇੰਨਾ ਉਹ ਮਹਾਨ ਹੋ ਜਾਂਦਾ ਹੈ। ਸਾਧੂ ਕੈ ਸੰਗ ਪਾਪ ਪਲਾਇਨ। ਪਲਾਇਨ ਦਾ ਮਤਲਬ ਦੂਰ ਹੁੰਦੇ ਨੇ, ਨਸ ਜਾਂਦੇ ਨੇ, ਪਲਾਇਨ ਕਰ ਜਾਣਾ, ਨਸ ਜਾਣਾ। ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਕਰਕੇ ਮਨੁੱਖੀ ਜ਼ਿੰਦਗੀ ਚੋਂ ਪਾਪ ਨਸ ਜਾਂਦੇ ਨੇ, ਪਾਪ ਖਤਮ ਹੋ ਜਾਂਦੇ ਨੇ। ਪਾਪ ਆਪੇ ਹੀ ਦੌੜ ਜਾਣਗੇ, ਛੱਡਣ ਦੀ ਲੋੜ ਨਹੀਂ ਹੈ। ਝੂਠ ਛੱਡਣ ਦੀ ਲੋੜ ਨਹੀਂ, ਕ੍ਰੋਧ ਛੱਡਣ ਦੀ ਲੋੜ ਨਹੀਂ। ਸੱਚ ਬੋਲਣਾ ਸ਼ੁਰੂ ਕਰ ਦਿਓ, ਝੂਠ ਤੁਹਾਨੂੰ ਆਪੇ ਛੱਡ ਜਾਏਗਾ। ਪ੍ਰੇਮ ਨਾਲ ਰਹਿਣਾ ਸ਼ੁਰੂ ਕਰ ਦਿਓ, ਈਰਖਾ ਆਪੇ ਹੀ ਛੱਡ ਜਾਏਗੀ। ਹਨੇਰੇ ਨੂੰ ਕੱਢਣ ਦੀ ਲੋੜ ਨਹੀਂ, ਦੀਵਾ ਜਗਾ ਦਿਓ, ਹਨੇਰਾ ਆਪੇ ਹੀ ਖਤਮ ਹੋ ਜਾਏਗਾ। ਕਿਉਂਕਿ ਉਹਦੀ ਹੋਂਦ ਨਹੀਂ ਹੈ, ਔਗਣਾ ਦੀ ਹੋਂਦ ਨਹੀਂ ਹੈ। ਗੁਣਾਂ ਦੀ ਅਣਹੋਂਦ ਦਾ ਨਾਮ ਔਗਣ ਹੈ, ਹਨੇਰੇ ਦੀ ਹੋਂਦ ਨਹੀਂ। ਚਾਨਣ ਦੀ ਅਣਹੋਂਦ ਦਾ ਨਾਮ ਹਨੇਰਾ ਹੈ। ਜਿੱਥੇ ਚਾਨਣ ਨਾ ਹੋਵੇ ਉੱਥੇ ਹਨੇਰਾ ਹੋ ਜਾਂਦਾ ਹੈ, ਜਿੱਥੇ ਗੁਣ ਨਾ ਹੋਣ ਉੱਥੇ ਔਗਣ ਆ ਜਾਂਦੇ ਨੇ।
ਤੇ ਜਦੋਂ ਜ਼ਿੰਦਗੀ ਵਿੱਚ ਗੁਣ ਧਾਰਨ ਕਰਾਂਗੇ ਤੇ ਔਗਣ ਆਟੋਮੈਟਿਕਲੀ ਚਲੇ ਜਾਣਗੇ। ਲੋਕ ਕਹਿੰਦੇ ਨੇ ਨਾ ਗੁੱਸੇ ਤੇ ਕੰਟਰੋਲ ਨਹੀਂ ਹੁੰਦਾ, ਤੇ ਗੁੱਸੇ ਤੇ ਕੰਟਰੋਲ ਨਹੀਂ ਹੁੰਦਾ ਤੇ ਕੰਟਰੋਲ ਕਰਨ ਦੀ ਲੋੜ ਹੀ ਨਹੀਂ। ਕਿਉਂ ਐਵੇਂ ਗੁੱਸੇ ਨੂੰ ਕੰਟਰੋਲ ਕਰਨ ਤੇ ਜ਼ੋਰ ਲਾ ਰਹੇ ਹੋ? ਪ੍ਰੇਮ ਦੇ ਨਾਲ ਰਹਿਣਾ ਸ਼ੁਰੂ ਕਰ ਦਿਓ, ਗੁੱਸਾ ਆਪੇ ਖਤਮ ਹੋ ਜਾਏਗਾ। ਨਿਮਰਤਾ ਨਾਲ ਰਹਿਣਾ ਸ਼ੁਰੂ ਕਰ ਦਿਓ, ਕ੍ਰੋਧ ਨੇ ਆਪੇ ਚਲੇ ਜਾਣਾ, ਵਿਕਾਰਾਂ ਨੇ ਆਪੇ ਚਲੇ ਜਾਣਾ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਨਾਲ, ਗੁਰੂ ਦੇ ਦਿੱਤੇ ਹੋਏ ਆਫ ਲਾਈਫ ਨੂੰ ਅਪਣਾਉਣ ਦੇ ਨਾਲ ਜ਼ਿੰਦਗੀ ਚੋਂ ਪਾਪ ਖਤਮ ਹੋ ਜਾਂਦੇ ਨੇ। ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲੇ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ ਉਹ ਆਤਮਿਕ ਜੀਵਨ ਦੇਣ ਵਾਲੇ ਗੁਣ ਗਾਉਂਦੇ ਨੇ, ਯਾਨੀ ਉਹਨਾਂ ਦੀ ਜ਼ਿੰਦਗੀ ਵਿੱਚ ਉਹ ਗੁਣ ਆ ਜਾਂਦੇ ਨੇ ਜੋ ਆਤਮਿਕ ਜੀਵਨ ਦੇਣ ਵਾਲੇ ਨੇ, ਜਿਨ੍ਹਾਂ ਰਾਹੀਂ ਸਾਨੂੰ ਇਨਸਾਨੀਅਤ ਮਿਲਦੀ ਹੈ, ਜਿਨ੍ਹਾਂ ਰਾਹੀਂ ਸੁੱਖ ਮਿਲਦਾ ਹੈ, ਜਿਨ੍ਹਾਂ ਰਾਹੀਂ ਬੰਦੇ ਦੀ ਜ਼ਮੀਰ ਜ਼ਿੰਦਾ ਹੁੰਦੀ ਹੈ। ਉਹਨਾਂ ਗੁਣਾਂ ਨੂੰ ਬੰਦਾ ਗਾਉਂਦਾ ਹੈ। ਸਾਧ ਕੇ ਸੰਗ ਸਰਬ ਥਾਨ ਗਮ। ਇਹਨੂੰ ਸਰਬ ਨਹੀਂ ਪੜ੍ਹਨਾ, ਸਰਬ ਪੜਾਂਗੇ, ਕਿਉਂਕਿ ਸੱਸੇ ਦੇ ਪੈਰ ਥੱਲੇ ਅੱਧਾ ਰਾਰਾ ਹੈ। ਗਮ ਦਾ ਮਤਲਬ ਗਮਤਾ, ਪਹੁੰਚ। ਸਰਬ ਦਾ ਮਤਲਬ ਸਭ ਥਾਵਾਂ। ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਵਾਲੇ ਦੀ ਸਭ ਥਾਵਾਂ ਤੇ ਪਹੁੰਚ ਹੋ ਜਾਂਦੀ ਹੈ, ਯਾਨੀ ਉਹਦੀ ਸਭ ਤੋਂ ਉੱਚੀ ਅਵਸਥਾ ਹੋ ਜਾਂਦੀ ਹੈ ਔਰ ਉਹਨੂੰ ਸਭ ਥਾਵਾਂ ਤੇ ਮਾਣ ਮਿਲਦਾ ਹੈ। ਪਹੁੰਚ ਦਾ ਮਤਲਬ ਸਭ ਥਾਵਾਂ ਤੇ ਮਾਣ ਮਿਲਦਾ ਹੈ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ, ਦਰਗਾਹ ਮਾਨ, ਪੰਚੇ ਸੋਹੈ, ਦਰ ਰਾਜਾਨ। ਉਹ ਰਾਜਿਆਂ ਦੀਆਂ ਮਹਿਫਲਾਂ ਵਿੱਚ ਵੀ ਸ਼ੋਭਾ ਪਾਉਂਦੇ ਨੇ। ਉਹਨਾਂ ਨੂੰ ਹਰ ਥਾਂ ਤੇ ਮਾਣ, ਆਦਰ, ਸਤਿਕਾਰ ਮਿਲਦਾ ਹੈ, ਕਿਉਂਕਿ ਉਹਨਾਂ ਦੀ ਆਤਮਿਕ ਅਵਸਥਾ, ਉਹਨਾਂ ਦੀ ਸੋਚ ਬੜੀ ਉੱਚੀ ਹੈ। ਨਾਨਕ ਸਾਧ ਕੈ ਸੰਗ ਸਫਲ ਜਨਮ। ਗੁਰੂ ਜੀ ਕਹਿੰਦੇ ਨੇ, ਹੇ ਭਾਈ, ਗੁਰੂ ਦੇ ਚਰਨ ਵਿੱਚ ਆਉਣ ਦੇ ਨਾਲ ਜਨਮ ਸਫਲ ਹੋ ਜਾਂਦਾ ਹੈ। ਸਫਲ ਦਾ ਮਤਲਬ ਫਲ ਦੇਣ ਵਾਲਾ। ਤੇ ਫਲ ਸਾਨੂੰ ਕਾਹਦਾ ਚਾਹੀਦਾ? ਸੁੱਖਾਂ ਦਾ। ਸਾਨੂੰ ਤਿੰਨ ਚੀਜ਼ਾਂ ਚਾਹੀਦੀਆਂ ਨੇ ਨਾ, ਇੱਕ ਤੇ ਸੁੱਖ, ਇੱਕ ਮਾਣ ਆਦਰ ਔਰ ਇੱਕ ਮੁਕਤੀ। ਇਹ ਤਿੰਨ ਸਾਂਝੀਆਂ ਮੰਗਾਂ ਨੇ ਤੇ ਇਹ ਸਾਡਾ ਜੀਵਨ ਜਿਹੜਾ ਹੈ ਉਹ ਫਲ ਦੇਣ ਵਾਲਾ ਹੋ ਜਾਂਦਾ ਹੈ, ਸੁੱਖ ਦੇਣ ਵਾਲਾ, ਆਤਮਿਕ ਜ਼ਿੰਦਗੀ ਦੇਣ ਵਾਲਾ, ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਦੇ ਨਾਲ। ਤਾਂ ਦੇਖੋ ਕਿੰਨਾ ਸੌਖਾ ਸਾਧਨ ਹੈ ਕਿ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਆਫ ਲਾਈਫ ਨੂੰ ਅਪਣਾ ਲਈਏ, ਗੁਰਬਾਣੀ ਦੇ ਉੱਤੇ ਅਸੀਂ ਅਮਲ ਕਰੀਏ, ਤਾਂ ਸਾਡਾ ਇਹ ਜੀਵਨ ਜੋ ਦੁੱਖਾਂ ਦੇ ਫਲ ਦੇ ਰਿਹਾ ਹੈ ਨਾ, ਇਹ ਸੁੱਖਾਂ ਦੇ ਫਲ ਦੇਵੇਗਾ। ਸਾਡੇ ਆਪਣੇ ਵਾਸਤੇ ਵੀ ਸੁੱਖ ਪੈਦਾ ਹੋਣਗੇ, ਸਮਾਜ ਔਰ ਸੰਸਾਰ ਲਈ ਵੀ ਸੁੱਖ ਪੈਦਾ ਹੋਣਗੇ, ਕਿਉਂਕਿ ਫਲ ਹੀ ਸੁੱਖਾਂ ਦੇ ਲੱਗਣੇ ਨੇ। ਜੀਵਨ ਦੇ ਵਿੱਚ ਸੋਚ ਹੀ ਚੰਗੀ ਹੈ ਤਾਂ ਇਸ ਤਰ੍ਹਾਂ ਅਸੀਂ ਆਪਣੇ ਇਸ ਜੀਵਨ ਨੂੰ ਸੁਖੀ ਔਰ ਸ਼ਾਂਤ ਕਰ ਸਕਦੇ ਹਾਂ, ਬੜੇ ਆਸਾਨ ਢੰਗ ਦੇ ਨਾਲ। ਤਾਂ ਗੁਰੂ ਸਾਹਿਬ ਦੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੀ ਅਸੀਂ ਵਿਚਾਰ ਆਪ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਤਾਂ ਅੱਜ ਜੋ ਅਸੀਂ ਵਿਚਾਰ ਕੀਤੀ ਹੈ, ਇਹਦੇ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਆਪ ਸਵਾਲ ਪੁੱਛ ਸਕਦੇ ਹੋ, ਤੇ ਜੇ ਕਿਸੇ ਨੇ ਕੋਈ ਆਪਣਾ ਵਿਚਾਰ ਦੇਣਾ ਹੋਵੇ ਤਾਂ ਉਹ ਵਿਚਾਰ ਦੇ ਸਕਦੇ ਹੋ। ਹੁਣ ਭਾਈ ਸਾਹਿਬ ਵੀਰ ਗੁਰਮੁਖ ਸਿੰਘ ਜੀ ਅਨਮਿਊਟ ਹੋ ਕੇ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਕਰਨਗੇ, ਕਲਾਸ ਨੂੰ ਸੰਭਾਲਣਗੇ। ਵੀਰ ਗੁਰਮੁਖ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਥੈਂਕ ਯੂ ਜੀ ਗਿਆਨੀ ਜੀ। ਤਾਂ ਜਿੱਦਾਂ ਆਪਣੇ ਗਿਆਨੀ ਜੀ ਨੇ ਦੱਸਿਆ ਹੀ ਆ ਜੀ ਸਾਰਿਆਂ ਨੂੰ, ਵੀ ਜਿਹਨੇ ਵੀ ਕੋਈ ਆਪਣੇ ਸਵਾਲ ਜਵਾਬ ਪੁੱਛਣਾ ਹੈ ਜਾਂ ਆਪਣੇ ਕੋਈ ਵਿਚਾਰ ਦੇਣੇ ਆ ਤਾਂ ਜ਼ਰੂਰ ਆਪ ਹੀ ਅਨਮਿਊਟ ਹੋ ਕੇ ਤਾਂ ਆਪਣੇ ਗੱਲ ਕਰੋ ਜੀ। ਹਾਂਜੀ, ਆਪਣੇ ਸੁਵਿੰਦਰ ਕੌਰ ਜੀ, ਤੁਸੀਂ ਅਨਮਿਊਟ ਹੋਏ ਆ ਜੀ। ਹਾਂਜੀ, ਕਰੋ ਜੀ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਮੇਰੀ ਭੈਣ ਜੀ। ਅਗੋਚਰ ਦਾ ਮਤਲਬ ਦੱਸੋਗੇ ਕੀ ਹੋਇਆ? ਅਗੋਚਰ ਦਾ ਮਤਲਬ ਹੈਗਾ ਜਿਹੜਾ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅੱਛਾ ਜੀ। ਹਾਂਜੀ, ਜੋ ਸਾਡੀ ਸਮਝ ਤੋਂ ਪਰੇ ਹੈ। ਹਾਂਜੀ, ਥੈਂਕ ਯੂ ਜੀ। ਹਾਂਜੀ, ਸੁਵਿੰਦਰ ਕੌਰ ਜੀ, ਹੋਰ ਕੋਈ? ਥੈਂਕ ਯੂ ਜੀ। ਅੱਛਾ, ਥੈਂਕ ਯੂ ਜੀ। ਥੈਂਕ ਯੂ ਜੀ। ਕੋਈ ਗੱਲ ਨਹੀਂ, ਧੰਨਵਾਦ ਜੀ। ਹੋਰ ਕਿਸੇ ਨੇ ਕੋਈ ਆਪਣੇ ਕੁਐਸਚਨ ਕਰਨਾ ਹੈ ਤਾਂ ਜੀ ਅਨਮਿਊਟ ਹੋ ਜਾਓ। ਹਾਂਜੀ, ਭੈਣ ਸੁਰਿੰਦਰ ਕੌਰ ਸੈਕਿੰਡ 2 ਤੇ ਤੁਸੀਂ ਅਨਮਿਊਟ ਹੋ ਜਾਓ। ਤੇ ਬੁੰਗੇ ਬਾਰੇ ਤੁਸੀਂ ਪੁੱਛਿਆ ਸੀ ਨਾ, ਬੁੰਗੇ ਬਾਰੇ ਮੈਂ ਆਪ ਦੇ ਨਾਲ ਥੋੜੀ ਜਿਹੀ ਗੱਲ ਕਰ ਦਿਆਂ। ਹਾਂਜੀ।
ਤੁਸੀਂ ਆਪਣੇ ਕਿਉ ਸਚਾਰਾ ਗਰੁੱਪ ਵਿੱਚ ਹੈਗੇ ਹੋ ਨਾ? ਹਾਂਜੀ ਮੈਂ ਉਹਦੇ ਵਿੱਚ ਵੀ ਪਾ ਦੇਵਾਂਗਾ, ਸਾਰੇ ਵੀਰ ਭੈਣਾਂ ਪੜ੍ਹ ਲਿਓ। ਬੁੰਗੇ ਦਾ ਮਤਲਬ ਹੁੰਦਾ ਰਹਿਣ ਦੀ ਜਗ੍ਹਾ। ਓਕੇ ਹਾਂਜੀ। ਤੇ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਬਹੁਤ ਸਾਰੇ ਬੁੰਗੇ ਸਨ, ਜਿਵੇਂ ਅਕਾਲ ਬੁੰਗਾ ਜਿਸ ਦਾ ਨਾਮ ਹੁਣ ਅਕਾਲ ਤਖਤ ਹੈਗਾ ਹੈ, ਰਾਮਗੜੀਆਂ ਦਾ ਬੁੰਗਾ, ਤਾਂ ਹੋਰ ਜਿਹੜੇ ਨਾ ਫੌਜਾਂ ਜਿੱਥੇ ਰਹਿੰਦੀਆਂ ਨੇ ਔਰ ਉੱਥੇ ਖਾਸ ਆਪਣਾ ਹਥਿਆਰ ਵਗੈਰਾ ਜਾਂ ਚੀਜ਼ਾਂ ਰੱਖੀਆਂ ਜਾਂਦੀਆਂ ਸੀ, ਤੇ ਉਹਦੇ ਉੱਤੇ ਇੱਕ ਜਗ੍ਹਾ ਬਣੀ ਹੁੰਦੀ ਹੈ ਜਿੱਥੇ ਖਲੋ ਕੇ ਕੋਈ ਬੰਦਾ ਪਹਿਰਾ ਦਿੰਦਾ ਤੇ ਉਹਨੂੰ ਬੁੰਗਾ ਕਹਿੰਦੇ ਨੇ, ਰਹਿਣ ਵਾਲੀ ਜਗ੍ਹਾ ਜਿਹੜੀ। ਤੇ ਉਹ ਅਲੱਗ-ਅਲੱਗ ਕਈ ਸਾਰੇ ਬੁੰਗੇ ਸਨ। ਜਦੋਂ ਮਿਸਲਾਂ ਬਣੀਆਂ ਤਾਂ ਉਹਨਾਂ ਨੇ ਆਪਣੇ ਇੱਥੇ ਰਹਿਣ ਦੇ ਸਥਾਨ ਬਣਾਏ ਸਨ, ਉਹਨਾਂ ਨੂੰ ਬੁੰਗੇ ਕਹਿੰਦੇ ਸੀ। ਤੇ ਚੌਂਕੀਆਂ ਕਰੀਬ ਜਿਹੜੀਆਂ ਨੇ 6ਵੇਂ ਪਾਤਸ਼ਾਹ ਤੋਂ ਆਰੰਭ ਹੋਈਆਂ ਸੀ। ਜਦੋਂ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋਏ ਨੇ ਨਾ, ਤਾਂ ਉਦੋਂ ਸਿੱਖਾਂ ਨੇ ਰੋਸ ਮੁਜ਼ਾਹਰੇ ਕੀਤੇ ਸੀ। ਜਿਵੇਂ ਅੱਜ ਕੱਲ੍ਹ ਤਾਂ ਅਖਬਾਰ ਟੀਵੀ ਤਾਂ ਹੈ ਨਹੀਂ, ਤਾਂ ਉਦੋਂ ਕੁਝ ਸੰਗਤਾਂ ਇਕੱਠੀਆਂ ਹੋ ਕੇ ਪਿੰਡਾਂ ਵਿੱਚ ਨਗਰ ਕੀਰਤਨ ਕਰਦੀਆਂ ਤੇ ਨਾਲ ਮਤਲਬ ਉਹ ਰੋਸ ਮੁਜ਼ਾਹਰੇ ਕੀਤੇ ਜਾਂਦੇ ਸਨ, ਉਹਨਾਂ ਨੂੰ ਚੌਂਕੀਆਂ ਕਹਿੰਦੇ ਸੀ। ਤੇ ਚੌਂਕੀ ਦਾ ਅਰਥ ਇਹ ਵੀ ਹੁੰਦਾ ਕਿ 4 ਬੰਦੇ ਜਿਹੜੇ ਪਹਿਰਾ ਦਿੰਦੇ ਨੇ ਉਹਨੂੰ ਵੀ ਚੌਂਕੀ ਕਹਿ ਦਿੰਦੇ ਨੇ। ਔਰ ਚੌਂਕੀ ਦਾ ਮਤਲਬ ਇਹ ਵੀ ਹੈ ਕਿ ਜਿਵੇਂ ਕੁਝ ਵੀਰ ਭੈਣਾਂ ਸੰਗਤਾਂ ਮਿਲ ਕੇ ਢੋਲਕੀ ਛੈਣੇ ਲੈ ਕੇ ਤੇ ਗੁਰਬਾਣੀ ਦਾ ਕੀਰਤਨ ਕਰਦੇ ਨੇ, ਉਹਨੂੰ ਵੀ ਚੌਂਕੀ ਕਹਿ ਦਿੰਦੇ ਨੇ। ਤਾਂ ਇਹ ਮੈਂ ਚੌਂਕੀ ਦਾ ਤੇ ਜਿਹੜਾ ਹੈ ਆਪਣਾ ਬੁੰਗੇ, ਇਹ ਮੈਂ ਕਿਉ ਸਚਿਆਰਾ ਗਰੁੱਪ ਦੇ ਵਿੱਚ ਪਾ ਦੇਵਾਂਗਾ, ਤੇ ਉੱਥੋਂ ਤੁਸੀਂ ਵਿਸਥਾਰ ਦੇ ਨਾਲ ਹੋਰ ਪੜ੍ਹ ਲਿਓ। ਤੇ ਇਹਦੇ ਬਾਰੇ ਜੇ ਤੁਸੀਂ ਹੁਣ ਕੁਝ ਕਹਿਣਾ ਚਾਹੋ ਤੇ ਹੋਰ ਪੁੱਛ ਸਕਦੇ ਹੋ। ਹਾਂਜੀ, ਨਹੀਂ ਇਹੀ ਪਤਾ ਕਰਨਾ ਸੀ ਕਿ ਹਰ ਰੋਜ਼ ਹਮੇਸ਼ਾ ਅਰਦਾਸ ਦੇ ਵਿੱਚ ਪੜ੍ਹੀਦਾ ਹੈ, ਸੁਣੀਦਾ ਹੈ, ਪਰ ਮਤਲਬ ਨਹੀਂ ਪਤਾ ਸੀ, ਇਸ ਕਰਕੇ ਮੈਂ ਮਤਲਬ ਬੁੰਗੇ ਉਹੀ ਨੇ ਜਿਹੜਾ ਹੁਣ ਅਕਾਲ ਤਖਤ ਹੈ, ਪਹਿਲਾਂ ਅਕਾਲ ਬੁੰਗਾ ਹੁੰਦਾ ਸੀ ਇਸ ਦਾ ਨਾਮ, ਉਸ ਤੋਂ ਬਾਅਦ ਫਿਰ ਅਕਾਲ ਤਖਤ ਹੋ ਗਿਆ। ਤੇ ਇਸ ਤਰ੍ਹਾਂ ਉੱਥੇ ਤੁਸੀਂ ਜਾਓਗੇ ਤੇ ਉੱਥੇ ਹੋਰ ਵੀ ਬੁੰਗੇ, ਰਾਮਗੜੀਆਂ ਦਾ ਬੁੰਗਾ ਜਾਂ ਇਸ ਤਰ੍ਹਾਂ ਤੁਹਾਨੂੰ ਹੋਰ ਬੁੰਗੇ ਵੀ ਮਿਲਣਗੇ। ਬੁੰਗੇ ਦਾ ਮਤਲਬ ਰਹਿਣ ਵਾਲੀ ਜਗ੍ਹਾ। ਹਾਂਜੀ, ਇਹਨਾਂ ਦੇ ਦਰਸ਼ਨ ਵੀ ਕਰਾ ਦਿੰਦੇ ਆ ਉੱਥੇ ਅੰਮ੍ਰਿਤਸਰ, ਇਹਨਾਂ ਦੇ ਦਰਸ਼ਨ ਵੀ ਹੋ ਸਕਦੇ ਆ? ਨਹੀਂ, ਉੱਥੇ ਜਦੋਂ ਜਾਓਗੇ ਤਾਂ ਤੁਸੀਂ ਉੱਥੇ ਦੇਖ ਸਕਦੇ ਵੀ 1-2 ਬੁੰਗੇ ਹੈਗੇ ਨੇ ਜਿਹੜੇ। ਓਕੇ ਹਾਂਜੀ ਓਕੇ। ਤੇ ਇੱਕ ਝੰਡੇ ਮਤਲਬ ਨਿਸ਼ਾਨ ਸਾਹਿਬ ਨੂੰ? ਹਾਂਜੀ, ਝੰਡੇ ਦਾ ਮਤਲਬ ਨਿਸ਼ਾਨ ਸਭਾ ਦੀ, ਕਿਉਂਕਿ ਨਿਸ਼ਾਨ ਹੁੰਦਾ ਸੀ ਨਾ ਹਰ ਇੱਕ ਦੇ ਕੋਲ। ਹਾਂਜੀ। ਤੇ ਝੰਡੇ ਦਾ ਮਤਲਬ ਸਾਡਾ ਨਿਸ਼ਾਨ ਹੈਗਾ, ਕਿਉਂਕਿ ਕੌਮੀ ਆਜ਼ਾਦੀ ਦਾ ਪ੍ਰਤੀਕ ਹੈ। ਵੱਖਰੀ ਕੌਮੀਅਤ ਦਾ, ਵੱਖਰੇ ਦੇਸ਼ ਦਾ, ਵੱਖਰੇ ਰਾਜ ਦਾ, ਆਜ਼ਾਦੀ ਦਾ ਪ੍ਰਤੀਕ ਹੈ। ਤੇ ਉਹ ਝੰਡੇ ਤੇ ਬੁੰਗੇ ਤੇ ਚੌਂਕੀਆਂ ਸੀ। ਥੈਂਕ ਯੂ। ਹਾਂਜੀ ਜੀ, ਥੈਂਕ ਯੂ ਜੀ। ਗਿਆਨੀ ਜੀ, ਆਪਣੇ ਬੱਚੇ ਆਪਣੇ ਹਿਸਟਰੀ ਲੈਸਨ ਵੀ ਆਈ ਜਾਂਦੇ ਆ। ਤਾਂ ਇਹ ਜੀ ਮੇਰਾ ਥੋੜਾ ਜਿਹਾ ਛੋਟਾ ਜਿਹਾ ਸਵਾਲ ਹੈ ਜੀ, ਜਿਹੜੀ ਤੁਸੀਂ ਆ ਗੱਲ ਕੀਤੀ ਆ ਵੀ ਜਿਹੜਾ ਅਕਾਲ ਤਖਤ ਹੈ ਇਹਨੂੰ ਪਹਿਲਾਂ ਕਿਹਾ ਜਾਂਦਾ ਸੀ ਅਕਾਲ ਬੁੰਗਾ, ਇਹ ਜੀ ਆਪਣੇ ਕਿਸ ਸਮੇਂ ਦੇ ਵਿੱਚ ਇਹਦਾ ਨਾਮ ਬਦਲਿਆ ਵੀ ਅਕਾਲ ਤਖਤ ਤੋਂ ਅਕਾਲ ਬੁੰਗੇ ਤੋਂ ਅਕਾਲ ਤਖਤ ਬਣ ਗਿਆ ਜੀ? ਇਸ ਬਾਰੇ ਨਾਮ ਕਦੋਂ ਤੋਂ ਬਦਲਿਆ ਗਿਆ ਇਹ ਤਾਂ ਅਸੀਂ ਪੱਕੇ ਤੌਰ ਤੇ ਤਾਂ ਨਹੀਂ ਕਹਿ ਸਕਦੇ ਵੀ ਸਨ ਜਾਂ ਡੇਟ ਤੋਂ, ਤੇ ਇਹ ਇੱਕ ਥੋੜਾ ਖੋਜ ਦਾ ਵਿਸ਼ਾ ਹੈਗਾ। ਇਹ ਫਿਰ ਮੈਂ ਤੁਹਾਨੂੰ ਦੇਖ ਕੇ ਮੈਂ ਦੱਸ ਸਕਦਾ ਹਾਂ, ਜਾਂ ਕਿਸੇ ਹੋਰ ਵੀ ਸਿਆਣੇ ਬੰਦੇ ਤੋਂ ਪੁੱਛ ਕੇ ਵੀ ਕਦੋਂ ਤੋਂ ਨਾਮ ਇਸ ਤਰ੍ਹਾਂ ਆਇਆ। ਹਾਂਜੀ, ਠੀਕ ਹੈ ਜੀ। ਮੇਰਾ ਏਦਾਂ ਨਹੀਂ ਸੀ ਵੀ ਮਤਲਬ ਪੂਰਾ ਸਾਲ ਦਾ ਪਤਾ ਹੋਵੇ, ਮੇਰਾ ਸਿਰਫ ਇਹੀ ਸੀ ਵੀ ਇਹ ਆਪਣੇ ਜਿੱਦਾਂ ਗੁਰੂਆਂ ਦੇ ਸਮੇਂ 'ਚ ਬਦਲਿਆ ਗਿਆ ਜਾਂ ਆਪਣੇ ਮਿਸਲਾਂ ਦੇ ਸਮੇਂ 'ਚ, ਜਾਂ ਮਰ ਜਾ, ਇਹੀ ਕੁਐਸਚਨ ਸੀ, ਕੋਈ ਜ਼ਰੂਰੀ ਕੁਐਸਚਨ ਨਹੀਂ ਜੀ, ਇੰਟਰਸਟ ਦਾ ਸੀ। ਜਿਹੜਾ ਸੀ ਨਾ ਇਹਨੂੰ ਤਖਤ ਕਿਹਾ ਜਾਂਦਾ ਸੀ 6ਵੇਂ ਪਾਤਸ਼ਾਹ ਦੇ ਟਾਈਮ। ਠੀਕ ਹੈ ਜੀ। 6ਵੇਂ ਪਾਤਸ਼ਾਹ ਨੇ ਜਿਹੜਾ ਸੂਰਜ ਪ੍ਰਕਾਸ਼ ਵਿੱਚੋਂ ਸਾਨੂੰ ਜਾਂ ਹੋਰ ਥੋੜਾ ਇਤਿਹਾਸ ਦੇ ਵਿੱਚੋਂ ਮਿਲਦਾ ਹੈ ਕਿ 6ਵੇਂ ਪਾਤਸ਼ਾਹ ਨੇ ਤਖਤ ਬਣਾਇਆ ਸੀ। ਔਰ ਉਹਦੇ ਵਿੱਚ ਕੁਝ ਰੀਜਨ ਸਨ, ਕਿਉਂਕਿ ਇੰਡੀਆ ਦੇ ਵਿੱਚ ਗੁਲਾਮੀ ਹੋਣ ਕਰਕੇ ਇਹ ਜਿਹੜੇ ਉਸ ਟਾਈਮ ਦੀ ਸਰਕਾਰ ਸੀ, ਮੁਗਲ ਸਰਕਾਰ, ਤੇ ਉਹਨਾਂ ਨੇ ਆਰਡਰ ਕਰਤਾ ਸੀ ਕਿ ਕੋਈ ਵੀ ਜਿਹੜਾ ਇਸ ਦੇਸ਼ ਦਾ ਵਾਸੀ ਹਿੰਦੂ ਵਗੈਰਾ ਜਾਂ ਕੋਈ ਵੀ ਇਸਲਾਮ ਮੁਸਲਮਾਨਾਂ ਤੋਂ ਬਿਨਾਂ ਕੋਈ ਘੋੜੀ ਤੇ ਨਹੀਂ ਚੜ ਸਕਦਾ, ਕੋਈ ਦਸਤਾਰ ਨਹੀਂ ਸਜਾ ਸਕਦਾ, ਕੋਈ ਘੋੜੇ ਤੇ ਨਹੀਂ ਚੜ ਸਕਦਾ, ਸ਼ਿਕਾਰ ਨਹੀਂ ਕਰ ਸਕਦਾ, ਕੋਈ ਤਖਤ ਤੇ ਨਹੀਂ ਬਹਿ ਸਕਦਾ, ਕਿਉਂਕਿ ਗੁਲਾਮੀ ਸੀ ਨਾ। ਤੇ ਗੁਰੂ ਸਾਹਿਬ ਜੀ ਨੇ ਉਸ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਵਾਸਤੇ ਕਿਹਾ ਵੀ ਅਸੀਂ ਦਸਤਾਰ ਵੀ ਬੰਨਾਂਗੇ ਤੇ ਅਸੀਂ ਘੋੜੇ ਤੇ ਵੀ ਚੜਾਂਗੇ, ਸ਼ਿਕਾਰ ਵੀ ਕਰਾਂਗੇ, ਕਿਉਂਕਿ ਮਨੁੱਖੀ ਹੱਕ ਨੇ, ਇਹਨਾਂ ਮਨੁੱਖੀ ਹੱਕਾਂ ਨੂੰ ਖੋਇਆ ਨਹੀਂ ਜਾ ਸਕਦਾ। ਤੇ ਉਹਨਾਂ ਨੇ ਇੱਥੇ ਤਖਤ ਵੀ ਬਣਾਇਆ ਤੇ ਇੱਥੇ ਹੀ ਬਹਿ ਕੇ 6ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਹੈ ਗੁਰੂ ਸਾਹਿਬ ਜੀ ਫੈਸਲੇ ਲੈਣ ਲੱਗੇ, ਔਰ ਇੱਥੇ ਹੀ ਘੋਲ ਤੇ ਗੱਤਕਾ ਜਾਂ ਹੋਰ ਮਾਰਸ਼ਲ ਜਿਹੜਾ ਆਰਟ ਸੀ ਉਹ ਸਿਖਾਉਣਾ ਸ਼ੁਰੂ ਕੀਤਾ। ਔਰ 6ਵੇਂ ਪਾਤਸ਼ਾਹ ਨੇ ਹੁਕਮ ਕੀਤਾ ਕਿ ਤੁਸੀਂ ਹੁਣ ਜਿਹੜੀਆਂ ਕੀਮਤੀ ਭੇਟਾਵਾਂ ਨੇ ਉਹਦੀ ਜਗ੍ਹਾ ਤੇ ਆਪਣੀਆਂ ਜਵਾਨੀਆਂ, ਹਥਿਆਰ ਜਾਂ ਮਤਲਬ ਘੋੜੇ ਵਗੈਰਾ ਪੇਸ਼ ਕਰੋ।
ਤੇ ਉੱਥੇ ਸਿੱਖ ਫੌਜ ਜਿਹੜੀ ਇਕੱਠੀ ਹੋਈ, ਕਿਉਂਕਿ ਪੰਜਵੇਂ ਪਾਤਸ਼ਾਹ ਜਦੋਂ ਸ਼ਹੀਦੀ ਦੇਣ ਵਾਸਤੇ ਗਏ ਨਾ, ਤੇ ਉਹਨਾਂ ਨੇ ਛੇਵੇਂ ਪਾਤਸ਼ਾਹ ਨੂੰ ਔਰ ਬਾਕੀ ਸਿੱਖ ਸੰਗਤਾਂ ਨੂੰ ਇਹ ਕਿਹਾ ਸੀ ਕਿ ਮੈਂ ਸ਼ਾਂਤਮਈ ਢੰਗ ਦੇ ਨਾਲ ਸ਼ਹੀਦੀ ਦੇਵਾਂਗਾ। ਪਹਿਲੀ ਗੱਲ ਉਹਨਾਂ ਨਾਲ ਗੱਲਬਾਤ ਕਰਾਂਗਾ, ਸ਼ਾਂਤਮਈ ਢੰਗ ਦੇ ਨਾਲ ਮੈਂ ਸ਼ਹੀਦੀ ਦੇਵਾਂਗਾ, ਤੇ ਜੇ ਸ਼ਾਂਤਮਈ ਢੰਗ ਦੇ ਨਾਲ ਸ਼ਹੀਦੀ ਦਿੱਤਿਆਂ ਇਹਨਾਂ ਦੀ ਸੋਚ ਬਦਲਦੀ ਹੈ ਤਾਂ ਠੀਕ ਹੈ, ਤੇ ਜੇ ਸ਼ਾਂਤਮਈ ਢੰਗ ਦੇ ਨਾਲ ਸ਼ਹੀਦੀ ਦਿੱਤਿਆਂ ਇਹਨਾਂ ਦੀ ਸੋਚ ਨਹੀਂ ਬਦਲਦੀ ਤਾਂ ਇਸ ਤੋਂ ਬਾਅਦ ਸ਼ਾਂਤਮਈ ਸ਼ਹੀਦੀਆਂ ਨਾ ਦੇਣਾ, ਫਿਰ ਤੁਹਾਨੂੰ ਸ਼ਕਤੀ ਦੀ ਵਰਤੋਂ ਕਰਨੀ ਪਵੇਗੀ। ਫਿਰ ਸ਼ਾਂਤਮਈ ਸ਼ਹੀਦੀਆਂ ਦੇਣ ਦਾ ਮੀਨਿੰਗ ਸਿਰਫ ਇੰਨਾ ਰਹਿ ਜਾਏਗਾ ਕਿ ਜਿਵੇਂ ਕਿਸੇ ਖੂੰਖਾਰ ਬੰਦੇ ਦੇ ਅੱਗੇ ਪੈ ਕੇ, ਖੂੰਖਾਰ ਜਾਨਵਰ ਜੰਗਲੀ ਦੇ ਅੱਗੇ ਪੈ ਕੇ ਉਹਦੇ ਸੁਭਾਅ ਨੂੰ ਬਦਲਣ ਦਾ ਯਤਨ ਕਰਨਾ ਨਿਰਰਥਕ। ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਲੇਕਿਨ ਉਹਨਾਂ ਦੇ ਵਤੀਰੇ ਦੇ ਵਿੱਚ ਕੋਈ ਫਰਕ ਨਹੀਂ ਪਿਆ, ਤਾਂ ਫਿਰ ਛੇਵੇਂ ਪਾਤਸ਼ਾਹ ਨੇ ਜਿਹੜਾ ਸੀ ਇਹ ਫੌਜਾਂ ਵਾਲਾ ਸਿਸਟਮ ਸ਼ੁਰੂ ਕੀਤਾ ਔਰ 4 ਜੰਗ ਵੀ ਹੋਏ, ਤੇ ਉਦੋਂ ਉਸ ਤਖਤ ਦਾ ਨਾਮ ਜਿਹੜਾ ਸੀ ਅਕਾਲ ਤਖਤ ਜਿਹੜਾ ਹੈ ਉਹ ਕਿਹਾ ਜਾਣ ਲੱਗਾ। ਇਹ ਤਖਤ ਸੀ ਤੇ ਉਹਨੂੰ ਮਤਲਬ ਉਹਦਾ ਨਾਮ ਜਿਹੜਾ ਅਕਾਲ ਤਖਤ ਜਿਹੜਾ। ਥੈਂਕ ਯੂ ਜੀ ਗਿਆਨੀ ਜੀ, ਬਹੁਤ ਬਹੁਤ ਕਲੀਅਰ ਤੁਸੀਂ ਕਰਤਾ ਹੈ ਜੀ। ਤਾਂ ਹੁਣ ਆਪਣੇ ਮੇਰੇ ਖਿਆਲ ਉਸ ਤਖਤ ਨੂੰ ਅਕਾਲ ਤਖਤ। ਹਾਂਜੀ, ਥੈਂਕ ਯੂ ਜੀ। ਆਪਣੇ ਜਸਵਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋਏ ਜੀ। ਹਾਂਜੀ ਭਾਈ ਸਾਹਿਬ, ਮੈਂ ਜਿੱਦਾਂ ਬੁੰਗਿਆਂ ਬਾਰੇ ਕਹਿਣਾ, ਇੱਕ ਬੁੰਗਾ ਜਿੱਦਾਂ ਜਿੱਥੇ ਰਾਮਦਾਸ ਜਿਹੜਾ ਵੀ ਰਸੋਈ ਹੈਗੀ, ਉੱਥੇ ਥੱਲੇ ਬੁੰਗਾ 4 ਸਟੋਰੀਆਂ ਦਾ ਬਣਿਆ ਹੋਇਆ ਬੁੰਗਾ ਰਹੀ, ਜਿੱਦਾਂ ਜੱਸਾ ਸਿੰਘ ਰਾਮਗੜੀਆ ਨੇ ਬਣਾਇਆ ਸੀਗਾ। ਉਹ ਮੇਰੇ ਕੋਲ ਵੀਡੀਓ ਹੈਗੀ, ਜੇ ਤੁਸੀਂ ਚਾਹੁੰਦੇ ਤਾਂ ਮੈਂ ਕਿਵਸ ਵਾਲਾ ਗਰੁੱਪ ਤੇ ਪਾ ਸਕਦਾ। ਤੇ ਦੂਜਾ ਜੇ ਉਹ ਵੀਡੀਓ ਹੈ ਤੁਸੀਂ ਪਾ ਦਿਓ, ਬਾਕੀ ਆਰਟੀਕਲ ਵੀ ਮੈਂ ਪਾ ਦਵਾਂਗਾ। ਤੁਸੀਂ ਜੇ ਅਕਾਲ ਬੁੰਗੇ ਦੀ ਉਹਦੀ ਰਾਮਗੜੀਆਂ ਵਾਲੇ ਬੁੰਗੇ ਦੇ ਹੈਗੇ ਤਾਂ ਤੁਸੀਂ ਗਰੁੱਪ ਦੇ ਵਿੱਚ ਪਾ ਦਿਓ। ਹਾਂਜੀ ਉਹ ਹਾਂਜੀ ਮੈਂ ਪਾ ਦੂੰ। ਹਾਂਜੀ ਮੇਰਾ ਜੇ ਬੁੰਗੇ ਦੀ, ਜੇ ਬੁੰਗੇ ਦੀ ਨਾ ਪਾਇਓ ਹੋਰ ਫਿਰ ਨਾ ਪਾਇਓ। ਠੀਕ ਹੈ। ਹਾਂਜੀ ਉਹਦੇ ਵਿੱਚ ਦਿਖਾ ਲਿਆ ਜੀ 4 ਸਟੋਰੀਆਂ, ਧਰਤੀ ਪਲਟ ਕੇ ਜਿਹੜਾ ਬੁੰਗਾ ਬਣਾਇਆ, ਉਹਦੇ ਵਿੱਚ 4 ਸਟੋਰੀਆਂ ਵਿੱਚ ਦੱਸਿਆ ਵੀ ਕਿਹੜੀ ਸਟੋਰੀ ਤੇ ਕੀ ਕੀ ਹੁੰਦਾ ਸੀ। ਉਹਦੇ ਵਿੱਚੇ ਜਿਵੇਂ ਸੀ, ਵਿੱਚੇ ਰਸੋਈ ਸੀ, ਵਿੱਚੇ ਉਹ ਦਰਬਾਰ ਸਾਹਿਬ ਸਜਦੇ ਹੁੰਦੇ ਸੀਗੇ। ਉਹ ਜੱਸਾ ਸਿੰਘ ਜਿੱਦਾਂ ਰਾਮ ਉਹ ਤੁਸੀਂ ਪਾ ਦਿਓ, ਉਹ ਗਰੁੱਪ ਵਿੱਚ ਪਾ ਦਿਓ। ਆਪਣੇ ਸਾਧ ਸੰਗ ਧਰਮ ਰਾਏ ਕਰੇ ਸੇਵਾ, ਤੇ ਸਾਧ ਤਾਂ ਗੁਰੂ ਦੀ ਸੰਗਤ ਹੋਈ, ਧਰਮ ਰਾਏ ਇਹਦਾ ਐਕਸਪਲੇਨ ਕਰੂੰਗੇ ਇਹਦੇ ਬਾਰੇ ਥੋੜਾ ਜਿਹਾ। ਧਰਮ ਰਾਏ ਦਾ ਮਤਲਬ ਹੈਗਾ ਧਰਮ ਦਾ ਰਾਜਾ, ਰੱਬ, ਤੇ ਜਿਹੜਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਂਦਾ ਹੈ ਉਹ ਰੱਬ ਦੀ ਸੇਵਾ ਕਰਦਾ ਹੈ, ਉਹ ਰੱਬ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ। ਠੀਕ ਹੈ। ਹਾਂਜੀ, ਹੋਰ ਕੋਈ ਵੀਰ? ਥੈਂਕ ਯੂ ਜੀ ਜਸਵਿੰਦਰ ਸਿੰਘ ਜੀ। ਹੋਰ ਤਾਂ ਨਹੀਂ ਕੋਈ ਸਵਾਲ ਕੁਐਸਚਨ ਜੀ? ਨਹੀਂ, ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ ਜੀ। ਹੋਰ ਆਪਣੇ ਜੀ ਆਪਣੇ ਮੇਰੇ ਖਿਆਲ ਬੜੇ ਚਿਰ ਬਾਅਦ ਆਪਣੇ ਸਾਡੇ ਆਂਟੀ ਜੀ ਰਿਸ਼ਪਾਲ ਕੌਰ ਅਨਮਿਊਟ ਹੋਏ ਆ। ਨਹੀਂ ਮੈਂ ਤਾਂ ਉਦਾਂ ਹੀ ਹੋ ਗਿਆ, ਮੇਰੇ ਕੋਲ ਉਦਾਂ ਹੋ ਗਿਆ। ਚਲੋ ਨਹੀਂ ਕੋਈ, ਚਲੋ ਇੰਨਾ ਹੀ ਕੁਝ ਤੁਸੀਂ ਅੱਜ ਆਏ ਹੋਏ ਆ। ਥੈਂਕ ਯੂ ਜੀ। ਹਾਂਜੀ, ਤਾਂ ਜੇ ਹੋਰ ਕਿਸੇ ਕੋਲ ਕੋਈ ਹੈਗਾ ਕੁਐਸਚਨ ਤਾਂ ਜ਼ਰੂਰ ਅਨਮਿਊਟ ਫੋਲੋ, ਨਹੀਂ ਤਾਂ ਆਪਾਂ ਫਿਰ ਇੱਥੇ ਸਮਾਪਤੀ ਕਰਦੇ ਹਾਂ ਜੀ। ਮੇਰੇ ਖਿਆਲ ਭਾਈ ਗਗਨਦੀਪ ਸਿੰਘ ਜੀ ਅਨਮਿਊਟ ਹੋਏ। ਅੱਛਾ, ਹਾਂਜੀ ਗਗਨਦੀਪ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਫਤਿਹ ਜੀ। ਆਪਾਂ ਜਿਵੇਂ ਸੁਖਮਨੀ ਸਾਹਿਬ ਆਰੰਭ ਥੋੜਾ ਕੀਤੀ, ਉੱਚੀ ਬੋਲੋ ਵੀਰ ਜੀ, ਥੋੜਾ ਉੱਚੀ ਬੋਲੋ ਬੇਟੇ। 2 ਮਿੰਟ ਜੀ। ਆਪਾਂ ਸੁਖਮਨੀ ਸਾਹਿਬ ਜੀ ਦਾ ਜੋ ਬਾਣੀ ਉਹਦੀ ਆਰੰਭਤਾ ਕੀਤੀ ਹੋਈ ਆ ਕਥਾ ਦੀ, ਤੇ ਉਸ ਵਿੱਚ ਜਿਵੇਂ ਗੋੜੀ ਰਾਗ ਵਿੱਚ ਗੁਰੂ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਲਿਖਿਆ। ਹਾਂਜੀ। ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਵਿੱਚ 31 ਰਾਗ ਨੇ। ਹਾਂਜੀ। ਜਿਵੇਂ ਮੈਂ ਐਜੂਕੇਸ਼ਨ ਕੀਤੀ ਆ, ਤਾਂ ਮੈਂ BA ਕੀਤੀ ਆ, ਉਹਦੇ ਵਿੱਚ ਦੱਸਿਆ ਗਿਆ ਜਿਵੇਂ ਗੋੜੀ ਆ, ਤੇ ਗੋੜੀ ਵਿੱਚ ਵੀ ਡਬਲ ਰਾਗ ਨੇ। ਗੋੜੀ ਪੂਰਬੀ ਹੋ ਗਈ, ਗੋੜੀ ਦੀਪਕੀ ਆਪਾਂ ਸੋਹਿਲਾ ਸਾਹਿਬ ਪੜ੍ਹਦੇ ਆ, ਉਹਦੇ ਵਿੱਚ ਆਉਂਦਾ ਗੋੜੀ ਦੀਪਕੀ, ਰਾਗ ਗੋੜੀ ਦੀਪਕੀ ਮਹੱਲਾ ਪਹਿਲਾ। ਤੇ ਏਦਾਂ ਗੁਰੂ ਮਹਾਰਾਜ ਜੀ ਨੇ ਜਿਵੇਂ 10 ਜਿਵੇਂ ਗੋੜੀਆਂ ਰਾਗ ਲਿਖੇ ਨੇ ਬਸ। ਤੇ ਓਦਾਂ ਹੀ ਜਿਵੇਂ ਹੁਣ ਆਪਾਂ ਰੋਹ ਰੋਹ ਵਿੱਚ, ਉਹਦੇ ਵਿੱਚ ਜਿਵੇਂ ਸਰਗਮ ਵਿੱਚ ਰੋਹ ਰੋਹ ਵਿੱਚ ਜਾਣਾ ਗੋੜੀ 'ਚ ਆਂਦੇ ਹੋਏ, ਜਿਵੇਂ ਦੀਪਕੀ ਦੀਆਂ ਸੁਰਾਂ ਲਾਉਂਦੇ ਆਂਦੇ ਹੋਏ ਉਹ ਲਾਣੀਆਂ। ਤੇ ਉਹ ਮਹਾਰਾਜ ਨੇ ਸਾਰੀ ਬਾਣੀ ਰਾਗਾਂ ਦੇ ਆਧਾਰਿਤ ਆ। ਤਾਂ ਅੱਜ ਕੱਲ ਜਿਵੇਂ ਸਿੰਘ ਸਾਹਿਬ ਵੀ ਤੁਹਾਨੂੰ ਪਤਾ ਮਸਲਾ ਚੱਲ ਰਿਹਾ, ਉਸ ਤੇ ਰਾਗਾਂ ਪ੍ਰਤੀ ਉਹਨਾਂ ਨੂੰ ਬੋਲ ਦਿੰਦੇ ਆ ਜਾਂ ਵਿੱਚ ਬਾਣੀ ਰੁਕਾ ਦਿੰਦੇ ਆ।
ਤਾਂ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਜਿਵੇਂ ਉਹ ਵਿੱਚ ਤੁਸੀਂ ਵੀਡੀਓ ਦੇਖੀ ਹੋਣੀ ਆ, ਉਹ ਸ਼ਬਦ ਗਾਉਂਦੇ ਪਏ ਸੀ ਰਾਗੀ ਸਾਹਿਬਾਨ, ਤਾਂ ਉਹਨਾਂ ਨੂੰ ਵਿੱਚੇ ਰੋਕਤਾ ਉਹਨਾਂ ਨੇ। ਤਾਂ ਧਿਆਨ ਹੁਣ ਮੈਂ ਕੀਰਤਨ ਕਰਦਾ, ਮੈਂ ਗੁਰੂ ਸਾਹਿਬ ਜੀ ਨੂੰ ਮੁੱਖ ਰੱਖ ਕੇ, ਮੇਰਾ ਕਿਤੇ ਧਿਆਨ ਨਹੀਂ ਹੁੰਦਾ, ਗੁਰੂ ਸਾਹਿਬ ਵੱਲ ਹੁੰਦਾ। ਜੇ ਮੈਨੂੰ ਟੋਕਦੇ ਤਾਂ ਮੇਰਾ ਸਾਰਾ ਧਿਆਨ ਉੱਧਰ ਹੀ ਚੱਲ ਜਾਊਗਾ, ਮੈਨੂੰ ਕਿਸੇ ਨੇ ਟੋਕਤਾ ਏਦਾਂ। ਸ਼ਬਦ ਵੀ ਸਹੀ ਪੜ੍ਹ ਰਹੇ ਸੀ, ਤਾਂ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਨਹੀਂ ਦੇਖੋ, ਉੱਥੇ ਜਿਹੜਾ ਸਿੰਘ ਸਾਹਿਬ ਜੀ ਨੇ ਟੋਕਿਆ ਉਹ ਉਹਨਾਂ ਦੀ ਗਲਤੀ, ਉਹਨਾਂ ਨੂੰ ਉੱਥੇ ਨਹੀਂ ਟੋਕਣਾ ਚਾਹੀਦਾ, ਕਿਉਂਕਿ ਜਿਹੜਾ ਰਾਗੀ ਸਾਹਿਬਾਨ ਨੇ ਉਹਨਾਂ ਨੂੰ ਰਾਗਾਂ ਬਾਰੇ ਉਹਨਾਂ ਨੂੰ ਪਤਾ ਹੈ। ਤੇ ਜਿਹੜਾ ਉੱਥੇ ਸਿੰਘ ਸਾਹਿਬ ਜੀ ਨੇ ਟੋਕਿਆ, ਤਾਂ ਉੱਥੇ ਟੋਕ ਟੁਕਾਈ ਕਰਨੀ ਜਿਹੜੀ ਨਾ ਬਿਲਕੁਲ ਗਲਤ ਹੈ, ਤੇ ਗਲਤ ਸ਼ਬਦਾਵਲੀ ਵਰਤਣੀ ਉਹਨਾਂ ਦੀ ਗਲਤੀ ਹੈ, ਉਹਨਾਂ ਨੂੰ ਨਹੀਂ ਟੋਕਣਾ ਚਾਹੀਦਾ। ਹਾਂ, ਜੇ ਕਿਤੇ ਗੁਰਬਾਣੀ ਦਾ ਕੋਈ ਉਚਾਰਨ ਕੋਈ ਰਾਗੀ ਸਿੰਘ ਜਾਂ ਕੋਈ ਹੋਰ ਵੀਰ ਪਾਠੀ ਸਿੰਘ ਗਲਤ ਕਰਦਾ, ਤਾਂ ਉਹਨਾਂ ਨੂੰ ਐਕਸਟਰਾ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ, ਨਾ ਕਿ ਉੱਥੇ ਟੋਕਣਾ ਵੀ ਸ਼ਬਦ ਹੈ ਪੜੋ ਜਾਂ ਦੂਜਾ ਪੜੋ। ਕੋਈ ਵੀ ਸ਼ਬਦ ਪੜਿਆ ਜਾ ਸਕਦਾ ਹੈ। ਉਹ ਰਾਗੀ ਸਿੰਘ ਉੱਥੇ ਰਾਗਾਂ ਦੇ ਵਿੱਚ ਗਾਉਂਦੇ ਨੇ, ਉਹ ਸਾਰੇ ਟੈਸਟ ਪਾਸ ਕਰਕੇ ਉੱਥੇ ਗਏ ਹੁੰਦੇ ਨੇ, ਇਸ ਲਈ ਸਿੰਘ ਸਾਹਿਬ ਦੀ ਮੈਂ ਸਮਝ। ਧੰਨਵਾਦ। ਹਾਂਜੀ, ਉਸ ਜਿਵੇਂ ਉੱਥੇ ਨੈਪੋਟਿਜ਼ਮ ਵੀ ਬਹੁਤ ਆ, ਜਿਵੇਂ ਆਪਣਿਆਂ ਨੂੰ ਅੱਗੇ ਰੱਖਦੇ ਆ ਜ਼ਿਆਦਾ। ਹਾਂਜੀ, ਜਿਹੜੇ ਹੁਣ ਸਾਡੇ ਵਰਗੇ ਆ, ਹੁਣ ਮਿਹਨਤ ਕਰਦੇ ਆ, ਉਹਨਾਂ ਨੂੰ ਅੱਗੇ ਨਹੀਂ ਆਣ ਦਿੰਦੇ ਉਹ। ਨਹੀਂ, ਇਹ ਨਾ ਗਲਤ ਹੈਗਾ। ਦੇਖੋ, ਇਹੀ ਤਾਂ ਚੀਜ਼ ਅਸੀਂ ਰੋਜ਼ ਕਲਾਸ ਦੇ ਵਿੱਚ ਵਿਚਾਰ ਰਹੇ ਹਾਂ ਕਿ ਮੇਰ ਤੇਰ ਊਚ ਨੀਚ ਛੂਆ ਛਾਤ ਦੇ ਵਿਤਕਰੇ ਖਤਮ ਕਰਕੇ ਤੇ ਸਚਿਆਰਤਾ ਵਾਲੀ ਜ਼ਿੰਦਗੀ ਜਿਹੜੀ ਨਾ ਹਰ ਬੰਦਾ ਅਪਣਾਏ, ਉਹ ਚਾਹੇ ਤੁਸੀਂ ਹੋ ਜਾਂ ਮੈਂ ਜਾਂ ਹੋਰ ਕੋਈ ਥਰਡ ਪਰਸਨ ਕੋਈ ਵੀ। ਤਾਂ ਇਹਨਾਂ ਚੀਜ਼ਾਂ ਤੋਂ ਉੱਤੇ ਉੱਠਣ ਦੀ ਲੋੜ ਹੈ। ਇਹ ਚੀਜ਼ਾਂ ਸਾਡੇ ਪੰਥ ਦੇ ਵਿੱਚ ਨੁਕਸਾਨਦਾਇਕ ਨੇ, ਨਹੀਂ, ਐਸਾ ਨਹੀਂ ਹੋਣਾ ਚਾਹੀਦਾ। ਧੰਨਵਾਦ ਜੀ ਬਹੁਤ। ਹਾਂਜੀ, ਥੈਂਕ ਯੂ ਗਗਨਦੀਪ ਸਿੰਘ ਜੀ। ਹਾਂਜੀ, ਹੋਰ ਕੋਈ ਜੀ? ਅੱਛਾ ਜੀ, ਮੋਹਰ ਸਿੰਘ ਜੀ, ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਹੋਇਆ ਆ, ਤਾਂ ਮੇਰੇ ਖਿਆਲ ਵੀ ਅੱਜ ਆਪਾਂ ਫਿਰ ਇੱਥੇ ਛੁੱਟੀ ਕਰਦੇ ਹਾਂ ਜੀ, ਇੱਥੇ ਸਮਾਪਤੀ ਕਰਦੇ ਹਾਂ। ਤਾਂ ਕੱਲ ਨੂੰ ਆਪਣੇ ਤਰਲੋਚਨ ਸਿੰਘ ਜੀ ਫਿਰ ਆਪਣੇ 1 ਵਜੇ ਸਾਰੇ ਆਪਣੇ ਕਾਲ ਖੋਲੂਗੇ, ਤਾਂ ਆਪਾਂ ਸਾਰੇ ਕੱਲ ਨੂੰ ਮਿਲਦੇ ਹਾਂ ਜੀ। ਠੀਕ ਹੈ ਜੀ, ਓਕੇ ਜੀ। ਸਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।